ਸਵਾਗਤ ਹੈ ਜੀ ਸਾਰਿਆਂ ਦਾ ਧਾਲੀਵਾਲ ਕਲਾਸਾਂ ਦੇ ਵਿੱਚ। ਜੋ ਮਾਸਟਰ ਕੇਡਰ ਦੀਆਂ ਕਲਾਸਾਂ ਚੱਲ ਰਹੀਆਂ ਨੇ ਜੀ, ਉਸ ਦੇ ਵਿੱਚ ਆਪਣਾ ਜੋ ਕਾਵਿ ਚੱਲ ਰਿਹਾ, ਕਿਹੜਾ ਕਾਵਿ ਚੱਲ ਰਿਹਾ ਜੀ? ਕਿੱਸਾ ਕਾਵਿ। ਕਿੱਸਾ ਕਾਵਿ ਦੇ ਵਿੱਚ ਆਪਣਾ ਇਹ ਤੀਸਰੀ ਵੀਡੀਓ ਹੈ। ਇਸ ਤੋਂ ਪਹਿਲਾਂ ਆਪਾਂ 2 ਵੀਡੀਓ ਕਰ ਚੁੱਕੇ ਹਾਂ, ਦਮੋਦਰ ਦੀ, ਇਸ ਤੋਂ ਇਲਾਵਾ ਪੀਲੂ ਦੀ। ਅਤੇ ਅੱਜ ਆਪਣਾ ਤੀਜਾ ਪਾਠ ਕਰ ਰਹੇ ਹਾਂ ਜੀ ਹਾਫਿਜ਼ ਬਰਖੁਰਦਾਰ ਦਾ। ਉਹਨਾਂ ਨੇ ਕਿਹੜੇ ਕਿੱਸੇ ਲਿਖੇ ਨੇ, ਉਹਨਾਂ ਕਿੱਸਿਆਂ ਦੀ ਵਿਸ਼ੇਸ਼ਤਾ ਕੀ ਹੈ, ਕਹਾਣੀ ਕੀ ਹੈ, ਉਹਨਾਂ ਦੀਆਂ ਜੋ ਕਿੱਸੇ ਲਿਖੇ ਹੋਏ ਨੇ ਉਹਨਾਂ ਦੀਆਂ ਕੁਝ ਖਾਸ ਗੱਲਾਂ ਦੇ ਬਾਰੇ ਵਿਚਾਰ ਚਰਚਾ ਰਹੇਗੀ। ਤਾਂ ਉਹਨਾਂ ਦੇ ਜੀਵਨ ਦੀ ਗੱਲ ਕਰਾਂਗੇ, ਉਹਨਾਂ ਦੀ ਜੋ ਪੰਜਾਬੀ ਸਾਹਿਤ ਨੂੰ ਦੇਣ ਹੈ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਹਾਫਿਜ਼ ਬਰਖੁਰਦਾਰ ਜੋ ਆਪਣਾ ਅੱਜ ਦਾ ਕਿੱਸਾਕਾਰ ਹੈ, ਉਸ ਦੀ ਆਪਾਂ ਗੱਲਬਾਤ ਕਰ ਰਹੇ ਹਾਂ। ਸਮਕਾਲੀ ਹੈਗਾ ਜੀ ਸ਼ਾਹਜਹਾਂ ਦਾ, ਜੋ ਮੁਗਲ ਬਾਦਸ਼ਾਹ ਹੋਇਆ ਜੀ ਉਸ ਦਾ। ਕੋਈ ਵੀ ਪ੍ਰਮਾਣਿਕ ਗੱਲਾਂ ਨਹੀਂ ਉਹਨਾਂ ਦੇ ਜੀਵਨ ਦੇ ਬਾਰੇ ਕੋਈ ਮਿਲਦੀਆਂ ਨਹੀਂ, ਇਸੇ ਕਰਕੇ ਜਿਹੜਾ ਹੈਗਾ ਉਹਨਾਂ ਦੀ ਗੱਲਬਾਤ ਕਰਦੇ ਹਾਂ ਤਾਂ ਉਹ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ ਜੀ। ਤਾਂ ਉਹ ਨੋਟ ਕਰ ਲੈਣਾ ਜੀ। ਤਾਂ ਕੁਛ ਖਾਸ ਉਹਨਾਂ ਦੇ ਆਪਾਂ ਗੱਲ ਕਰਦੇ ਹਾਂ ਜੀ ਨਾਮ ਦੇ ਬਾਰੇ। ਉਹਨਾਂ ਦਾ ਅਸਲ ਨਾਮ ਕੀ ਹੈ ਜੀ? ਉਹ ਸੀਗਾ ਜੀ ਬਰਖੁਰਦਾਰ। ਕੁਰਾਨ ਮਜੀਦ ਦਾ ਹਾਫਿਜ਼ ਹੋਣ ਕਰਕੇ ਹਾਫਿਜ਼ ਬਰਖੁਰਦਾਰ ਇਹਨਾਂ ਦਾ ਨਾਂ ਪ੍ਰਸਿੱਧ ਹੁੰਦਾ ਗਾ। ਅਤੇ ਇਹਨਾਂ ਦੇ ਜਨਮ ਦੀ ਗੱਲ ਕਰਦੇ ਹਾਂ ਜੀ। ਤਖਤ ਹਜ਼ਾਰੇ ਦੇ ਨੇੜੇ ਹੈ ਪਿੰਡ ਮੁਸਲਮਾਨੀ, ਜ਼ਿਲ੍ਹਾ ਠੀਕ ਹੈ ਜੀ ਸਰਗੋਦਾ, ਪਾਕਿਸਤਾਨ ਵਿਖੇ ਹੁੰਦਾ ਗਾ। ਅਤੇ ਜਾਤ ਦੀ ਆਪਾਂ ਗੱਲ ਕਰਦੇ ਹਾਂ ਜੀ, ਜੱਟ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆ ਜੀ। ਉਸ ਤੋਂ ਬਾਅਦ ਕੁਛ ਹੋਰ ਜਿਹੜੇ ਵਿਦਵਾਨਾਂ ਦੇ ਮੱਤ ਹੈ ਜੀ, ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ। ਉਹਨਾਂ ਦਾ ਪਿੰਡ ਕਿਹੜਾ ਜੀ? ਮੁਸਲਮਾਨੀ। ਅਤੇ ਗੱਲ ਕਰਦੇ ਹਾਂ ਜੀ ਜ਼ਿਲ੍ਹਾ ਲਾਹੌਰ, ਉਹ ਦੱਸਦੇ ਆ। ਹਾਫਿਜ਼ ਬਰਖੁਰਦਾਰ ਦੇ ਆਪਾਂ ਗੱਲ ਕਰਦੇ ਹਾਂ ਜੀ। 3 ਕਿੱਸੇ ਪ੍ਰਸਿੱਧ ਹੈ, ਮਿਰਜ਼ਾ ਸਾਹਿਬਾ ਦਾ, ਸੱਸੀ ਪੁੰਨੂ ਦਾ ਅਤੇ ਯੂਸਫ ਜ਼ੁਲੈਖਾ ਦਾ ਸੀ। ਇਹ 3 ਜੋ ਪ੍ਰਸਿੱਧ ਉਹਨਾਂ ਦੇ ਕਿੱਸੇ ਹੋਏ ਆ, ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ। ਅਤੇ ਇਸ ਤੋਂ ਇਲਾਵਾ ਜੀ ਸਿਆਲਕੋਟ ਜਾ ਕੇ ਜੀ ਉਹਨਾਂ ਨੇ ਮੌਲਵੀ ਅਬਦੁਲ ਹਕੀਮ ਦੇ ਕੋਲੋਂ ਵਿੱਦਿਆ ਪ੍ਰਾਪਤ ਕੀਤੀ ਹੈ। ਅਤੇ ਫਿਰ ਉਹਨਾਂ ਨੇ ਕਹਿ ਲਓ ਜੀ ਪਿੰਡ ਚਿੱਟੀ ਸੇਖਾ ਦੇ ਵਿੱਚ ਉੱਥੇ ਰਹਿਣ ਲੱਗ ਜਾਂਦੇ ਆ। ਉੱਥੇ ਫਾਰਸੀ ਦੇ ਕਹਿ ਲਓ ਜੀ ਉੱਘੇ ਵਿਦਵਾਨ ਸੀਗੇ। ਅਤੇ ਇਸ ਤੋਂ ਇਲਾਵਾ ਜੀ ਉਹਨਾਂ ਨੇ ਸਾਰੀ ਉਮਰ ਕਵਿਤਾ ਲਿਖਣ, ਲੋਕਾਂ ਨੂੰ ਪੜ੍ਹਾਉਣ ਦੇ ਵਿੱਚ ਹੀ ਗੁਜ਼ਾਰ ਦਿੰਦੇ ਆ। ਉਹਨਾਂ ਦੀਆਂ ਜੋ ਵਿਸ਼ੇਸ਼ਤਾਵਾਂ ਨੇ ਕੁਛ ਜੀ, ਉਹਨਾਂ ਦੇ ਬਾਰੇ ਗੱਲਾਂ ਬਾਤਾਂ ਕਰਦੇ ਹਾਂ ਕਿ ਉਹਨਾਂ ਦੀਆਂ ਕੀ ਵਿਸ਼ੇਸ਼ਤਾ ਨੇ ਦੂਜੇ ਜੋ ਕਿੱਸਾਕਾਰਾਂ ਦੇ ਨਾਲੋਂ, ਉਹ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਜੀ। ਮਿਰਜ਼ਾ ਸਾਹਿਬਾ ਦੀ ਆਪਾਂ ਗੱਲ ਕਰਦੇ ਹਾਂ ਜੀ। ਉਹਦੇ ਵਿੱਚ ਜੋ ਬਿਆਨੀ ਪਰਿਵਰਤਨ ਹੈ, ਕਹਾਣੀ ਨੂੰ ਸੰਪੂਰਨ ਕਰਨ ਦੇ ਵਿੱਚ ਮਦਦ ਕਰਦਾ। ਜਦੋਂ ਆਪਾਂ ਗੱਲ ਕਰਦੇ ਹਾਂ ਜੀ ਪੀਲੂ ਦੀ, ਉਹਨੇ ਕਹਾਣੀ ਤਾਂ ਲਿਖੀ ਆ ਪਰ ਉਹ ਆਪਾਂ ਨੂੰ ਪੂਰਨ ਰੂਪ ਵਿੱਚ ਪ੍ਰਾਪਤ ਨਹੀਂ ਹੁੰਦੀ। ਪਰ ਜਦੋਂ ਹਾਫਿਜ਼ ਬਰਖੁਰਦਾਰ ਦੀ ਗੱਲ ਕਰਦੇ ਹਾਂ, ਇਹਨਾਂ ਦੁਆਰਾ ਲਿਖਿਆ ਹੋਇਆ ਕਿੱਸਾ ਪੂਰਨ ਰੂਪ ਦੇ ਵਿੱਚ ਆਪਾਂ ਨੂੰ ਪ੍ਰਾਪਤ ਹੁੰਦਾ। ਉਸ ਤੋਂ ਇਲਾਵਾ ਜੀ ਸੱਸੀ ਪੁੰਨੂ ਦੇ ਜੋ ਕਿੱਸੇ ਦੀ ਗੱਲਬਾਤ ਕਰਦੇ ਹਾਂ ਜੀ, ਪਹਿਲੀ ਵਾਰ ਇੰਨੇ ਵੇਰਵੇ ਦੇ ਨਾਲ ਬਿਆਨ ਕੀਤਾ। ਇਹ ਨੋਟ ਕਰ ਲਿਓ ਜੀ, ਪਹਿਲੀ ਵਾਰ ਸੱਸੀ ਪੁੰਨੂ ਦੇ ਜੋ ਕਿੱਸਾ ਲਿਖਿਆ ਜੀ, ਉਹਦੇ ਵਿੱਚ ਇੰਨੇ ਵੇਰਵੇ ਕਿਸੇ ਕਿੱਸਾਕਾਰ ਨੇ ਦਿੱਤੇ ਆ, ਤਾਂ ਉਹ ਨੋਟ ਕਰ ਲਿਓ ਜੀ। ਯੂਸਫ ਜ਼ੁਲੈਖਾ ਦੀ ਗੱਲ ਕਰਦੇ ਹਾਂ ਜੀ, ਪਹਿਲੀ ਵਾਰ ਪੰਜਾਬੀ ਰੂਪ ਵਿੱਚ ਕਹਿ ਲਓ ਜੀ ਵੇਖਣ ਨੂੰ ਮਿਲਦਾ ਇਹਦਾ ਯੂਸਫ ਜ਼ੁਲੈਖਾ ਦਾ ਸੀ। ਗੱਲਬਾਤ ਹੋ ਰਹੀ ਹੈ ਜੀ ਪਹਿਲਾ ਜੋ ਉਹਨਾਂ ਦਾ ਕਿੱਸਾ ਹੈਗਾ ਜੀ ਮਿਰਜ਼ਾ ਸਾਹਿਬਾ, ਉਹਦੇ ਬਾਰੇ ਥੋੜ੍ਹੀ ਗੱਲਬਾਤ ਕਰਦੇ ਹਾਂ ਜੀ। ਹਾਫਿਜ਼ ਬਰਖੁਰਦਾਰ ਨੇ ਮਿਰਜ਼ਾ ਜੋ ਸਾਹਿਬਾ ਦਾ ਕਿੱਸਾ ਲਿਖਿਆ, ਪੀਲੂ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਜਾਪਦਾ ਗਾ। ਉਸਦੀ ਕਹਾਣੀ ਜਿਹੜੀ ਹੈਗੀ ਆ ਪੀਲੂ ਦੇ ਨਾਲ ਮਿਲਦੀ ਜੁਲਦੀ ਹੈ, ਅਤੇ ਹਾਫਿਜ਼ ਆਪ ਵੀ ਪੀਲੂ ਦਾ ਪ੍ਰਭਾਵ ਮੰਨਦਾ ਹੈ ਅਤੇ ਆਪਣੇ ਆਪ ਕਿਸੇ ਵੀ ਨਾਟਕੀ ਢੰਗ ਦੇ ਨਾਲ ਸ਼ੁਰੂ ਕਰਦਾ ਉਹਨੂੰ। ਕਿਸੇ ਦੇ ਆਰੰਭ ਕਰਨ ਤੋਂ ਪਹਿਲਾਂ ਜੀ ਉਹ ਇੱਕ ਗੈਰ ਕੁਦਰਤੀ ਘਟਨਾ ਨੂੰ ਬਿਆਨ ਕਰਦਾ। ਨੋਟ ਕਰਿਓ ਜੀ, ਗੈਰ ਕੁਦਰਤੀ ਘਟਨਾ ਨੂੰ ਬਿਆਨ ਕਰਦਾ ਗਾ। ਸਾਹਿਬਾ ਦੀ ਰੂਹ ਹੈ ਜੀ, ਪੀਲੂ ਦੀ ਕਬਰ 'ਤੇ ਜਾ ਕੇ ਰੋਂਦੀ ਹੈ ਅਤੇ ਆਪਣੀ ਕਥਾ ਨੂੰ ਮੁੜ ਕਿਸੇ ਦੇ ਰੂਪ ਵਿੱਚ ਦੇਣ ਦੇ ਲਈ ਮੰਗਦੀ ਹੈ। ਅਤੇ ਪੀਲੂ ਉਸ ਨੂੰ ਹਾਫਿਜ਼ ਬਰਖੁਰਦਾਰ ਦੇ ਕਹਿ ਲਓ ਜੀ ਪਿੰਡ ਮੁਸਲਮਾਨੀ ਜਾਣ ਲਈ ਕਹਿੰਦਾ ਜੀ। ਹੁਣ ਇਹ ਨੋਟ ਕਰ ਲਿਓ ਜੀ ਤੁਸੀਂ, ਕੁਛ ਮਤ ਨੇ ਇੱਥੇ ਕੀ ਹੈ ਜੀ, ਮਿਰਜ਼ੇ ਦੀ ਗੱਲਬਾਤ ਹੋਈ ਹੈ ਸਾਹਿਬਾ ਦੀ ਰੂਹ ਹੈ ਤਾਂ ਪਹਿਲਾਂ ਕਿਹਦੇ ਕੋਲ ਜਾਂਦੀ ਹੈ ਜੀ? ਪੀਲੂ ਕੋਲ, ਕਿਉਂਕਿ ਪੀਲੂ ਨੇ ਮਿਰਜ਼ਾ ਸਾਹਿਬਾ ਲਿਖਿਆ ਸੀ। ਉਹ ਦੁਬਾਰਾ ਕਿੱਸਾ ਲਿਖਣ ਦੀ ਗੱਲ ਕਰਦੀ ਹੈ ਤਾਂ ਫਿਰ ਪੀਲੂ ਉਹਨੂੰ ਕਿੱਥੇ ਕਹਿੰਦਾ, ਕਿੱਥੇ ਜਾ? ਹਾਫਿਜ਼ ਬਰਖੁਰਦਾਰ ਦੇ ਪਿੰਡ ਮੁਸਲਮਾਨੀ ਜਾਣ ਦੀ ਗੱਲ ਕਰਦਾ। ਅਤੇ ਇਉਂ ਹਾਫਿਜ਼ ਆਪਣੇ ਕਿੱਸੇ ਰਚਨਾ ਦੀ ਗੱਲ ਕਰੀਏ ਤਾਂ ਪੀਲੂ ਤੋਂ ਜਿਹੜੇ ਹੈਗੇ ਥਾਪਣਾ ਲੈਂਦਾ ਗਾ। ਹਾਫਿਜ਼ ਬਰਖੁਰਦਾਰ ਦੀ ਆਪਾਂ ਗੱਲ ਕਰੀਏ ਜੀ, ਉਹਨਾਂ ਦੀ ਰਚਨਾ
ਵਿੱਚ ਪੀਲੂ ਦੇ ਕਿੱਸੇ ਦੇ ਨਾਲ ਬਹੁਤ ਸਾਰੀਆਂ ਕਹਿ ਲਓ ਜੀ ਤੁਕਾਂ ਮਿਲਦੀਆਂ ਨੇ। ਜਿਵੇਂ ਪੀਲੂ ਦੇ ਕਿੱਸੇ ਦੀ ਜਿਹੜੀ ਹੈਗੀ ਆ ਜੀ, ਆਪਾਂ ਐਗਜ਼ਾਮਪਲ ਦੇਖੋ ਜੀ, ਚੜ੍ਹਦੇ ਮਿਰਜ਼ੇ ਖਾਨ ਨੂੰ ਬੰਜਲ ਦਿੰਦਾ ਮੱਤ। ਇਹ ਹੈਗੇ ਜੀ ਪੀਲੂ ਦੀ ਰਚਨਾ ਦਾ ਲਾਈਨ, ਚੜ੍ਹਦੇ ਮਿਰਜ਼ੇ ਖਾਨ ਨੂੰ ਜੱਟ ਬੰਜਲ ਦੇਵੇ ਮੱਤ ਜੀ, ਦੇਵ ਮੱਤ। ਤਾਂ ਇਸ ਤਰੀਕੇ ਨਾਲ ਜਿਹੜੇ ਹੈਗੇ ਨੇ ਸ਼ਬਦ ਬਹੁਤ ਹੱਦ ਤੱਕ ਲੈਣਾ ਵੀ ਮਿਲਦੀਆਂ ਨੇ, ਇਹ ਆਪਾਂ ਨੂੰ ਵੇਖਣ ਨੂੰ ਮਿਲਦਾ। ਹਾਫਿਜ਼ ਬਰਖੁਰਦਾਰ ਨੇ ਜੀ ਜੋ ਮਿਰਜ਼ਾ ਸਾਹਿਬਾ ਦੀ ਗੱਲ ਕਰਦੇ ਆ ਕਿੱਸੇ ਦੀ, ਸੰਦ ਵੀ ਪੀਲੂ ਵਾਲਾ ਹੀ ਹੈ ਜਿਹਦੀ ਆਪਾਂ ਗੱਲ ਕੀਤੀ ਹੈ, ਸੰਦ ਦੀ, ਠੀਕ ਹੈ। ਉਸ ਤੋਂ ਇਲਾਵਾ ਇਹਨਾਂ ਦੀ ਬੋਲੀ ਵੀ ਕਿਹੜੀ ਹੈ, ਕੇਂਦਰੀ ਪੰਜਾਬੀ ਹੈ, ਇਹ ਨੋਟ ਕਰ ਲਿਓ ਜੀ। ਦੋਨੇ ਚੀਜ਼ਾਂ ਮਿਲਦੀਆਂ ਨੇ, ਸੰਦ ਵੀ ਉਹੀ ਵਰਤਿਆ ਜੀ, ਉਸ ਤੋਂ ਇਲਾਵਾ ਕੇਂਦਰੀ ਪੰਜਾਬੀ ਬੋਲੀ ਵੀ ਵਰਤੀ ਹੈ ਸੀ। ਕਹਾਣੀ ਦੀ ਗੱਲਬਾਤ ਹੋ ਰਹੀ ਹੈ ਜੀ। ਰੂਪ ਰੇਖਾ ਕਿਹੜਾ ਸੰਦ ਆ ਜੀ, ਸ਼ੈਲੀ ਪੀਲੂ ਵਾਲੀ ਹੈ ਜੀ, ਆਪਾਂ ਗੱਲ ਕਰ ਚੁੱਕੇ ਹਾਂ ਕਿ ਸੰਦ ਉਹਨੇ ਪੀਲੂ ਵਾਲਾ ਹੀ ਵਰਤਿਆ ਗਾ। ਅਤੇ ਸਾਹਿਬਾ ਦੀ ਮ੍ਰਿਤੂ ਦੇ ਰਾਹੀਂ ਉਹਨਾਂ ਨੇ ਇੱਕ ਨਾਇਕਾ ਦੇ ਨਾਲ ਇੱਕ ਵਾਰ ਕਹਿ ਲਓ ਜੀ ਕਾਵਿਕ ਨਿਆਂ ਕਰ ਸਕਿਆ ਗਾ, ਜਿਹੜਾ ਪੀਲੂ ਨਹੀਂ ਸੀ ਕਰ ਸਕਿਆ। ਕੁਛ ਚੀਜ਼ਾਂ ਦੀ ਵੱਖਰਤਾ ਹੈਗੀ ਆ ਇਸ ਕਹਾਣੀ ਦੇ ਵਿੱਚ, ਕਹਿ ਲਓ ਜੀ। ਜੋ ਕਹਿ ਲਓ ਜੀ ਸਾਹਿਬਾ ਦੀ ਕਹਿ ਲਓ ਜੀ ਮੌਤ ਦੇ ਬਾਰੇ ਗੱਲਬਾਤ ਹੁੰਦੀ ਹੈ, ਉਸ ਤੋਂ ਬਾਅਦ ਕਾਵਿਕ ਨਿਆਂ ਭਾਵ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ਕਾਰੀ ਕਰ ਸਕਿਆ। ਇਸੇ ਲਈ ਕਿਹਾ ਜਾਂਦਾ ਜੀ, ਉਹ ਕਹਾਣੀ ਦੇ ਵਿੱਚ ਪੀਲੂ ਦੀ ਕਬਰ ਤੋਂ ਕਾਗ ਦੇ ਆਉਣ ਅਤੇ ਹਾਫਿਜ਼ ਬਰਖੁਰਦਾਰ ਦੇ ਕਿੱਸਾ ਲਿਖਣ ਦੀ ਪ੍ਰੇਰਨਾ ਦੇ ਕਰਨ ਦੀ ਵਾਰਤਾ ਨੂੰ ਕਿਸੇ ਦਾ ਭਾਗ ਬਣਾ ਦਿੰਦਾ ਗਾ ਜੀ। ਨੋਟ ਕਰ ਲਿਓ ਜੀ ਕਿ ਉਹਦੇ ਵਿੱਚੋਂ ਆਪਾਂ ਦੇਖਦੇ ਹਾਂ ਕਿ ਪੀਲੂ ਦੀ ਕਬਰ ਤੋਂ ਜਿਹੜਾ ਕਾਗ ਦੇ ਆਉਣ ਅਤੇ ਹਾਫਿਜ਼ ਬਰਖੁਰਦਾਰ ਦੀ ਕਿੱਸਾ ਲਿਖਣ ਦੀ ਪ੍ਰੇਰਨਾ ਦਾ ਕਾਰਨ ਬਣਦਾ, ਅਤੇ ਜਿਹਦੇ ਕਰਕੇ ਕਿੱਸਾ ਦਾ ਉਹ ਭਾਗ ਬਣ ਜਾਂਦਾ ਜੀ। ਅੱਗੋਂ ਪੀਲੂ ਚੜ ਬੋਲਿਆ ਕਾਗਾ ਮੁਸਲਮਾਨੀ ਜਾ, ਇਹ ਲੈਣਾ ਨਹੀਂ ਜੀ। ਇਹ ਇਸ਼ਾਰਾ ਕਰਦਾ ਕਿ ਇਹ ਜਿਹੜਾ ਪੀਲੂ ਦੀ ਕਬਰ ਤੋਂ ਕਾਂ ਉਹਨੂੰ ਸੁਨੇਹਾ ਲੈ ਕੇ ਜਾਂਦਾ, ਅਤੇ ਕਿੱਥੇ ਜਾਣ ਲਈ ਕਹਿੰਦਾ ਜੀ ਕਾਂ ਨੂੰ, ਮੁਸਲਮਾਨੀ ਭਾਵ ਹਾਫਿਜ਼ ਬਰਖੁਰਦਾਰ ਦੇ ਕੋਲ। ਬਾਕੀ ਰੰਗ ਆਪਾਂ ਦੇਖਦੇ ਹਾਂ ਜੀ, ਪੀਲੂ ਵਾਂਗ ਹੀ ਹੈ। ਕਈ ਪੰਕਤੀਆਂ ਦੇ ਵਿੱਚ ਪੀਲੂ ਵਾਂਗ ਥੋੜ੍ਹੀ ਅਦਲਾ ਬਦਲੀ ਕਰਕੇ ਲਿਆਂਦੀਆਂ ਗਈਆਂ ਨੇ, ਪਰ ਕਿਸੇ ਦਾ ਕਹਿ ਲਓ ਜੀ ਅਧੂਰੇ ਰੂਪ ਵਿੱਚ ਮਿਲਦਾ ਪੀਲੂ ਵਾਲਾ। ਪਰ ਇੱਥੇ ਇਹ ਕਿੱਸਾ ਸੰਪੂਰਨ ਹੁੰਦਾ ਹੈਗਾ, ਜਿਹੜਾ ਸਾਡੇ ਤੱਕ ਪੁੱਜਿਆ ਗਾ। ਹਾਫਿਜ਼ ਬਰਖੁਰਦਾਰ ਪਹਿਲੀ ਵਾਰ ਕਿੱਸਾ ਕਹਿ ਲਓ ਜੀ ਨਾਇਕਾ ਦੀ ਸੁੰਦਰਤਾ ਦਾ ਵਰਣਨ ਕੀਤਾ ਗਿਆ ਵੇਖਣ ਨੂੰ ਮਿਲਦਾ ਆਪਾਂ ਨੂੰ। ਇਸ ਤੋਂ ਇਲਾਵਾ ਹੋਰ ਜਿਹੜੀਆਂ ਗੱਲਾਂ ਨੇ ਜੀ ਉਹਨਾਂ ਬਾਰੇ ਚਰਚਾ ਕਰਦੇ ਹਾਂ। ਸਾਹਿਬਾ ਦੇ ਰੰਗ ਮਜ਼ੀਨ ਦਾ ਜਿਉਂ-ਜਿਉਂ ਤਿਉਂ-ਤਿਉਂ ਧਰਤੀ ਦੇ ਕਹਿ ਲਓ ਜੀ ਉਹਦੀ ਜੁੱਤੀ ਦੀਆਂ ਬਾਰੇ, ਦੋ ਬਾਲੀਆਂ ਦੇ ਬਾਰੇ, ਦੋ ਬੱਤਖਾਂ ਦੇ ਬਾਰੇ, ਚੋਗ ਚੁਗਣ ਦੇ ਬਾਰੇ ਜੀ, ਉਸ ਦਾ ਸਰੀਰ ਕਹਿ ਲਓ ਜੀ ਤਨ ਮਨ ਦੀ ਗੱਲਬਾਤ ਹੁੰਦੀ ਹੈ। ਉਸ ਤੋਂ ਬਾਅਦ ਜੋ ਉਹਦੇ ਬਾਰੇ ਕਹਿ ਲਓ ਜੀ ਸੁੰਦਰਤਾ ਨੂੰ ਬਿਆਨ ਕਰਦੇ ਲਈ ਵੱਖ-ਵੱਖ ਕਹਿ ਲਓ ਜੀ ਸ਼ਬਦਾਂ ਦੀ ਵਰਤੋਂ ਕਰਦਾ ਗਾ, ਉਹ ਆਪਾਂ ਨੂੰ ਵੇਖਣ ਨੂੰ ਮਿਲਦਾ ਗਾ। ਤਿੱਖੇ ਨੈਣਾਂ ਦੀ ਗੱਲ ਕਰਦਾ, ਕਟਾਰੀ ਦੇ ਸਮਾਨ ਉਹਨੇ ਤੁਲਨਾ ਕੀਤੀ ਹੈ, ਅਤੇ ਹੋਰ ਜਿਹੜੀਆਂ ਚੀਜ਼ਾਂ ਨੇ ਇਹ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ ਉਹਦੇ ਕਿੱਸੇ ਦੇ ਵਿੱਚ। ਤਾਂ ਉਹ ਸ਼ਬਦਾਂ ਦੇ ਰਾਹੀਂ ਤੁਸੀਂ ਨੋਟ ਕਰ ਲਿਓ ਜੀ, ਚੰਗੀ ਤਰ੍ਹਾਂ ਵੇਖ ਲਿਓ, ਅਤੇ ਕਿਹੜੇ ਉਹਨੇ ਸ਼ਬਦ ਉਹਦੇ ਲਈ ਵਰਤੇ ਨੇ, ਨੋਟ ਕਰ ਲਿਓ ਜੀ। ਦੂਸਰੀ ਵਿਸ਼ੇਸ਼ਤਾ ਇਹ ਹੈ ਕਿ ਇਹਨੇ ਕਹਿ ਲਓ ਜੀ ਹਾਫਿਜ਼ ਬਰਖੁਰਦਾਰ ਨੇ ਕੁਦਰਤ ਦੀ ਕਹਿ ਲਓ ਜੀ ਮਨੁੱਖੀ ਹਾਵਾ ਭਾਵਾਂ ਦੇ ਨਾਲ ਇੱਕ ਸੁਰਤਾ ਲਿਆਉਣ ਦੇ ਵਿੱਚ ਸਫਲ ਹੁੰਦਾ ਗਾ, ਲਿਆਉਣ ਵਾਲਾ ਗਾ, ਇੱਕ ਸੁਰਤਾ ਲਿਆਉਂਦਾ ਗਾ। ਉਹਦੇ ਵਿੱਚ ਪਸ਼ੂ ਪੰਛੀਆਂ, ਬਨਸਪਤੀ ਆਦਿ ਸਭ ਨੂੰ ਮਨੁੱਖਾਂ ਦੇ ਸੁੱਖਾਂ ਦੁੱਖਾਂ ਦਾ ਭਾਈਵਾਲ ਦੱਸਦੇ ਨੇ ਜੀ। ਆਪਾਂ ਦੇਖਦੇ ਹਾਂ ਜੀ ਜਿਹੜਾ ਇਹਦੀ ਵਿਸ਼ੇਸ਼ਤਾ ਹੈਗੀ ਆ ਹਾਫਿਜ਼ ਬਰਖੁਰਦਾਰ ਦੀ, ਕੁਦਰਤ ਦੀ ਮਨੁੱਖੀ ਹਾਵਾ ਭਾਵਾਂ ਦੇ ਨਾਲ ਇੱਕ ਸੁਰਤਾ ਲਿਆਉਂਦਾ ਗਾ। ਜੋ ਪਸ਼ੂ ਪੰਛੀ ਹੈ ਜੀ, ਬਨਸਪਤੀ ਆਦਿ ਸਭ ਵਿੱਚ ਕਹਿ ਲਓ ਜੀ ਦੁੱਖਾਂ ਸੁੱਖਾਂ ਦੇ ਵਿੱਚ ਭਾਈਵਾਲ ਹੁੰਦੇ ਨੇ, ਉਹ ਚੀਜ਼ ਵੇਖਣ ਨੂੰ ਮਿਲਦੀ ਆ। ਉਹਦੀਆਂ ਲੈਣਾ ਨੇ ਜੀ, ਇਹ ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਲੈਣਾ ਵੇਖ ਸਕਦੇ ਹੋ। ਇੱਕ ਹੋਣੀ ਦੀ ਕਠੋਰਤਾ, ਕਿਸੇ ਵੀ ਕਹਿ ਲਓ ਜੀ ਕਾਰਨ ਘਟਨਾ ਦੇ ਵਾਪਰਨ ਦੀ ਜੋ ਹੋਣੀ ਹੈ ਜੀ ਉਹਦੀ, ਇਸਤਰੀ ਦੀ ਬੇਵਫਾਈ, ਦੋ ਹੋਰ ਵਿਸ਼ੇ ਵੀ ਹੈ ਇਹਦੇ ਵਿੱਚ ਕਹਿ ਲਓ ਜੀ, ਉਪ ਵਿਸ਼ੇ ਵੀ ਹੈ। ਪੀਲੂ ਦੇ ਵਾਂਗ ਹਾਫਿਜ਼ ਬਰਖੁਰਦਾਰ ਵੀ ਕਰਦਾ ਹੈ ਅਤੇ ਕੁਝ ਦੱਬੇ ਸੁਰ ਦੇ ਵਿੱਚ। ਪਰ ਜਦੋਂ ਆਪਾਂ ਦੇਖਦੇ ਹਾਂ ਪੀਲੂ ਦਾ ਸੁਰ ਥੋੜ੍ਹਾ ਜਿਹਾ ਉੱਚਾ, ਅਤੇ ਪਰੰਤੂ ਜਿਹੜੇ ਇਹਨੇ ਸ਼ਬਦ ਵਰਤੇ ਹੈ ਇਹ ਦੱਬੇ ਹੋਏ ਕਹਿ ਲਓ ਜੀ, ਦੋਨਾਂ, ਇੱਕ ਤਾਂ ਹੋਣੀ ਦੀ ਕਠੋਰਤਾ ਪੇਸ਼ ਕਰਦਾ, ਇੱਕ ਔਰਤ ਦੀ ਬੇਵਫਾਈ। ਪਰ ਇਹਦੇ ਜਿਹੜੇ ਸ਼ਬਦ ਨੇ ਜੀ ਦੱਬੇ ਹੋਏ ਨੇ, ਭਾਵ ਜ਼ਿਆਦਾ ਖੁੱਲ੍ਹ ਕੇ ਨਹੀਂ ਕਹਿ ਲਓ ਵਿਰੋਧਤਾ ਕਰਦਾ ਉਸ ਚੀਜ਼ ਦੀ। ਤਾਂ ਉਹਨਾਂ ਦੇ ਬਾਰੇ ਜਿਵੇਂ ਪੀਲੂ ਉਹਦੇ ਮਤਲਬ ਪੇਸ਼ ਕਰਦਾ ਗਾ, ਉਹ ਖੁੱਲ੍ਹ ਕੇ ਬਿਆਨ ਕਰਦਾ ਗਾ, ਉਹ ਚੀਜ਼ ਵੇਖਣ ਨੂੰ ਮਿਲਦੇ। ਹੁਣ ਆਪਾਂ ਗੱਲ ਕਰਦੇ ਹਾਂ ਜੀ ਜੋ ਇਹਦੀ ਸਟੋਰੀ ਹੈਗੀ ਹੈ,
ਜੋ ਹਾਫਜ਼ ਨੇ ਮਿਰਜ਼ਾ ਸਾਹਿਬਾ ਦਾ ਕਿੱਸਾ ਲਿਖਿਆ ਉਹਦੀ ਸਟੋਰੀ ਦੀ ਚਰਚਾ ਕਰ ਲੈਂਦੇ ਹਾਂ ਥੋੜ੍ਹੀ ਬਹੁਤੀ। ਕਹਿ ਲਓ ਜੀ ਮਿਰਜ਼ਾ ਆਪਣੇ ਨਾਨਕੇ ਪਿੰਡ ਰਹਿੰਦਾ ਸੀ ਅਤੇ ਸਾਹਿਬਾ ਦੇ ਨਾਲ ਪੜ੍ਹਦਾ ਸੀ। ਸਾਹਿਬਾ ਮਿਰਜ਼ੇ ਦੇ ਮਾਮੇ ਦੀ ਧੀ ਸੀ। ਦੋਵਾਂ ਦਾ ਆਪਸ ਵਿੱਚ ਗੂੜਾ ਪਿਆਰ ਪੈ ਜਾਂਦਾ। ਮਿਰਜ਼ਾ ਸਾਹਿਬਾ ਨੂੰ ਘਰੋਂ ਉਧਾਲ ਕੇ ਲੈ ਜਾਂਦਾ। ਪਿੰਡੋਂ ਕੋਈ 5 ਕੋਹਾਂ ਅਤੇ ਜੰਡ ਹੇਠਾਂ ਆਰਾਮ ਕਰਨ ਲਈ ਉਤਰੇ ਅਤੇ ਮਿਰਜ਼ੇ ਨੂੰ ਨੀਂਦ ਆ ਜਾਂਦੀ ਹੈ। ਮੌਤ ਦਾ ਮੂੰਹ ਦੇਖਣਾ ਪੈਂਦਾ ਜੀ, ਜਿਹਦੀ ਆਪਾਂ ਗੱਲ ਕਰ ਰਹੇ ਹਾਂ। ਅਤੇ ਸਾਹਿਬਾ ਵੀ ਖੰਜਰ ਮਾਰ ਕੇ ਮਰ ਜਾਂਦੀ ਹੈ। ਇੱਕ ਨਦੀ ਦੇ ਕੰਢੇ 'ਤੇ ਮਿਰਜ਼ੇ ਦੀ ਲੋਥ ਤੜਫਦੀ ਹੈ ਅਤੇ ਦੂਜੇ ਕੰਢੇ 'ਤੇ ਸਾਹਿਬਾ ਦੀ ਲੋਥ। ਇੰਝ ਇਸ ਕਹਾਣੀ ਦੇ ਵਿੱਚ ਕਹਿ ਲਓ ਜੀ ਮਿਰਜ਼ਾ ਸਾਹਿਬਾ ਜੋ ਪੀਲੂ ਦੀ ਕਿਰਤ ਤੋਂ ਵੱਖਰੀ ਗੱਲ ਕਰਦਾ। ਇਹ ਨੋਟ ਕਰ ਲਿਓ ਜੀ ਕਿ ਖਾਸ ਤੌਰ 'ਤੇ ਜੋ ਪੀਲੂ ਨੇ ਕਹਾਣੀ ਦਾ ਅੰਤ ਕੀਤਾ ਸੀਗਾ ਜੀ, ਉਹ ਵੇਖ ਲਿਓ ਕਿ ਉਹ ਮਿਰਜ਼ਾ ਕਿਹਦੇ ਹੱਥੋਂ ਮਾਰਿਆ ਜਾਂਦਾ ਸੀ ਜੀ ਉੱਥੇ, ਉਹਦੇ ਭਰਾਵਾਂ ਦੇ ਹੱਥੋਂ, ਸਾਹਿਬਾਂ ਦੇ। ਅਤੇ ਸਾਹਿਬਾ ਦੇ ਕਹਿ ਲਓ ਮਰਨ ਦੀ ਵੀ ਗੱਲ ਹੁੰਦੀ ਹੈ, ਪਰੰਤੂ ਇੱਥੇ ਖੰਜਰ ਮਾਰ ਕੇ ਮਰਨ ਦੀ ਗੱਲ ਹੁੰਦੀ ਹੈ। ਅਤੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਅਲੱਗ-ਅਲੱਗ ਕਹਿ ਲਓ ਜੀ ਤੜਫ ਰਹੀਆਂ ਨੇ ਇੱਕ ਦੂਜੇ ਨੂੰ ਮਿਲਣ ਲਈ, ਉਹ ਗੱਲ ਵੀ ਪੇਸ਼ ਕੀਤੀ ਗਈ ਹੈ। ਉਸ ਤੋਂ ਬਾਅਦ ਜੀ ਹਾਫਜ਼ ਬਰਖੁਰਦਾਰ ਨੇ ਆਪਣੇ ਕਿੱਸੇ ਦੇ ਵਿੱਚ ਮਿਰਜ਼ਾ ਸਾਹਿਬਾ ਦੇ ਵਿੱਚ ਪੀਲੂ ਦੇ ਕਿੱਸੇ ਮਿਰਜ਼ਾ ਸਾਹਿਬਾ ਦੀ ਤਰ੍ਹਾਂ ਹੀ ਬਹੁਤ ਉਤਸੁਕ ਹੈਗੇ ਹੈ। ਉਹ ਓਨਾ ਕੁ ਪ੍ਰਭਾਵਿਤ ਵੀ ਹੋਇਆ ਜਿਵੇਂ ਕਿ ਕਈ ਪੰਕਤੀਆਂ ਇੰਨ ਬਿੰਨ ਉਹਦੇ ਵਾਲੀਆਂ ਹੀ ਵਰਤੀ ਜਾਂਦਾ, ਉਹਦੇ ਨਾਲ ਮਿਲਦੀਆਂ ਜੁਲਦੀਆਂ ਨੇ ਅਤੇ ਆਪਣੇ ਕਿੱਸੇ ਵਿੱਚ ਵਰਤ ਲਈਆਂ ਨੇ, ਜਿਹਦੀ ਆਪਾਂ ਐਗਜ਼ਾਮਪਲ ਗੱਲ ਵੀ ਕੀਤੀ ਹੈ ਕਿ ਬਹੁਤ ਸਾਰੇ ਸ਼ਬਦ ਲੈਣਾ ਸੇਮ ਟੂ ਸੇਮ ਪੀਲੂ ਨਾਲ ਮਿਲਦੀਆਂ ਨੇ। ਪੀਲੂ ਦੇ ਕਿੱਸੇ ਦੀ ਆਪਾਂ ਗੱਲ ਕਰੀਏ, ਸਾਹਿਬਾ ਦੀ ਮੌਤ ਵੱਲ ਕੋਈ ਸੰਕੇਤ ਨਹੀਂ ਮਿਲਦਾ ਗਾ, ਪਰ ਹਾਫਜ਼ ਬਰਖੁਰਦਾਰ ਆਪਣੇ ਕਿੱਸੇ ਦੇ ਵਿੱਚ ਜੀ ਸਾਹਿਬਾ ਦੀ ਮੌਤ ਦੇ ਵੱਲ ਸੰਕੇਤ ਕੀਤਾ ਕਿ ਉਹ ਖੰਜਰ ਦੇ ਨਾਲ ਮਰਦੀ ਹੈ। ਉਹਦੀ ਲੋਥ ਕਿੱਥੇ ਤੜਫਦੀ ਹੈ ਜੀ, ਮਿਰਜ਼ੇ ਦੀ ਜਿਹੜੀ ਹੈਗੀ ਆ ਲੋਥ ਕਿੱਥੇ ਤੜਫਦੀ ਹੈ, ਉਹਦਾ ਜ਼ਿਕਰ ਆਪਾਂ ਨੂੰ ਵੇਖਣ ਨੂੰ ਮਿਲਦਾ, ਜਿਸ ਦੇ ਨਾਲ ਕਿੱਸੇ ਦੇ ਵਿਚਲੀ ਕਹਾਣੀ ਪੀਲੂ ਦੇ ਕਿੱਸੇ ਤੋਂ ਵੱਖਰੀ ਹੋ ਜਾਂਦੀ ਹੈ, ਕਿਉਂਕਿ ਹੁਣ ਉਹ ਥੋੜ੍ਹੀ ਜਿਹੀ ਅਲੱਗ ਗੱਲ ਕਰ ਗਿਆ ਤਾਂ ਇਸ ਕਰਕੇ ਦੋਨਾਂ ਦੀ ਕਹਾਣੀ ਦੇ ਵਿੱਚ ਵੱਖਰਤਾ ਆ ਜਾਂਦੀ ਹੈ। ਗੱਲਬਾਤ ਕਰਦੇ ਹਾਂ ਜੀ ਅਗਲੇ ਕਿੱਸੇ ਦੀ, ਸੱਸੀ ਪੁੰਨੂ ਦਾ ਜੋ ਕਿੱਸਾ ਲਿਖਿਆ ਉਸ ਦੀ ਗੱਲ ਕਰਦੇ ਹਾਂ ਕਿ ਹਾਫਜ਼ ਬਰਖੁਰਦਾਰ ਨੇ ਜੋ ਇਹ ਕਿੱਸਾ ਲਿਖਿਆ, ਦੂਸਰਾ ਪ੍ਰਸਿੱਧ ਰਚਨਾ ਹੈਗੀ ਆ ਜੀ ਸੱਸੀ ਪੁੰਨੂ ਦਾ ਕਿੱਸਾ, ਉਸ ਦੀ ਗੱਲ ਕਰਦੇ ਹਾਂ। ਇਹ ਦੰਦ ਕਥਾ ਹੈਗੀ ਹੈ ਜੀ, ਰੂਪ ਦੇ ਵਿੱਚ ਭਾਵੇਂ ਪਹਿਲਾਂ ਸੀ ਪ੍ਰਚਲਿਤ, ਪਰ ਇਹਨੂੰ ਲਿਖਤੀ ਰੂਪ ਕਿਉਂ ਨਹੀਂ ਦਿੰਦਾ ਜੀ, ਹਾਫਜ਼ ਬਰਖੁਰਦਾਰ ਇਹਦੇ ਵਿੱਚ ਮੋਢੀ ਹੈ। ਉਸ ਨੇ ਪ੍ਰਚਲਿਤ ਜੋ ਦੰਦ ਕਥਾ ਸੀ ਉਹਨੂੰ ਉਧਾਰ ਬਣਾ ਕੇ ਅਤੇ ਇਸੇ ਕਹਾਣੀ ਨੂੰ ਮਾਮੂਲੀ ਜਿਹੇ ਫਰਕ ਪਾ ਕੇ ਹਾਫਜ਼ ਤੋਂ ਬਾਅਦ ਆਉਣ ਵਾਲੇ ਲੇਖਕਾਂ ਨੇ ਹਾਸ਼ਮ ਅਤੇ ਅਹਿਮਦ ਯਾਰ ਨੇ ਇਹ ਵਾਲੀ ਤਕਨੀਕ ਅਪਣਾਈ ਹੈ ਅਤੇ ਕਿਸੇ ਨੂੰ ਕਹਿ ਲਓ ਜੀ ਸੰਖੇਪ ਸੰਜਮ ਭਰਪੂਰ ਹੈ। ਇਸ ਦਾ ਸੰਦ ਵੀ ਸੌਂਦ ਵਾਲਾ ਹੈ ਅਤੇ ਇਸ ਤੋਂ ਬਾਅਦ ਜੀ ਕਹਿ ਲਓ ਜੀ ਇਹ ਪ੍ਰਸਿੱਧ ਜ਼ਿਆਦਾ ਨਹੀਂ ਹੋ ਸਕਿਆ। ਕਾਰਨ ਹੋਣਗੇ ਜੀ ਉਹਦੇ ਅਲੱਗ-ਅਲੱਗ ਅਤੇ ਉਹਦੀ ਆਪਾਂ ਗੱਲਬਾਤ ਕਰਦੇ ਹਾਂ, ਕਿਉਂ ਨਹੀਂ ਉਹ ਪ੍ਰਸਿੱਧ ਹੋ ਸਕਿਆ ਉਹਦੀ ਆਪਾਂ ਗੱਲ ਕਰਦੇ ਹਾਂ। ਇਹ ਕਿੱਸਾ ਜੀ ਪਹਿਲੀ ਵਾਰ ਹਾਫਜ਼ ਬਰਖੁਰਦਾਰ ਦੀ ਕਲਮ ਨਾਲ ਪੰਜਾਬੀ ਜੜ੍ਹਾਂ ਦੇ ਵਿੱਚ ਫੜਦਾ ਗਾ। ਹਾਫਜ਼ ਦਾ ਕਹਿ ਲਓ ਜੀ ਹਾਸਮ ਦਾ ਜੋ ਅੰਦਾਜ਼ ਭਾਵੇਂ ਇਸ ਤੋਂ ਕੁਝ ਵੱਖਰਾ, ਰਮਜ਼ ਡੂੰਘੀ ਹੈ, ਸਰਲ ਹੈ, ਠੇਠ ਭਾਸ਼ਾ ਅਤੇ ਲੋਕ ਉਕਤੀਆਂ ਨੇ, ਭਾਵ ਅਖਾਣਾਂ ਨੂੰ ਲਿਖਣ ਦੇ ਕਹਿ ਲਓ ਜੀ ਲਿਖ ਸਕਣ ਦਾ ਸਿਹਰਾ ਹਾਫਜ਼ ਬਰਖੁਰਦਾਰ ਨੂੰ ਪ੍ਰਾਪਤ ਹੈ। ਉਹ ਆਪਣੇ ਅਜਿਹੇ ਕਥਨ ਕਈ ਵਾਰ ਲੋਕ ਸ਼ੈਲੀ ਦੇ ਪੱਖ ਤੋਂ ਉਸ ਨੂੰ ਕਹਿ ਲਓ ਉਸਤਾਦ ਕਵੀ ਸਿੱਧ ਕਰਦੇ ਹਨ। ਸੱਸੀ ਦੇ ਜੋ ਜਨਮ ਦੇ ਸਮੇਂ ਦੇ ਵਾਕ ਨੇ ਜੀ, ਉਹ ਉਸ ਦੀਆਂ ਕੁਛ ਐਗਜ਼ਾਮਪਲ ਨੇ ਜੀ ਲੈਣਾ, ਉਹ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਉਹਨੇ ਕਹਿ ਲਓ ਜੀ ਲੋਕ ਸ਼ੈਲੀ ਦੀ ਵਰਤੋਂ ਕੀਤੀ ਹੋਈ ਹੈ। ਹਾਫਜ਼ ਜੇ ਰੱਬ ਐਵੇਂ ਮਿਹਰ ਕਰੇ ਤਾਂ ਕੱਲਾ ਕੌਲ ਕਰੇ, ਇਹ ਕੁਛ ਲੈਣਾ ਨੇ ਜੀ ਉਹਦੇ ਬਾਰੇ। ਯਾਰੋ ਜਿਹੜੀ ਕੁਦਰਤ ਰੱਬ ਨੂੰ ਏਡਾ ਕੌਣ ਕਰੇ, ਇਹ ਜਿਹੜੀਆਂ ਕੁਛ ਲੈਣਾ ਨੇ ਜੀ ਨੋਟ ਕਰ ਲਿਓ। ਜੋ ਪਹਿਲੀ ਵਾਰ ਹਾਫਜ਼ ਦੀ ਕਲਮ ਤੋਂ ਸੱਸੀ ਪੁੰਨੂ ਦਾ ਜੋ ਕਿੱਸਾ ਸੀ ਪੰਜਾਬੀ ਜਗਤ ਦੇ ਵਿੱਚ ਆਉਂਦਾ, ਵੱਖਰੀ ਕਹਿ ਲਓ ਜੀ ਰਮਜ਼ ਹੈ, ਠੇਠ ਪੰਜਾਬੀ ਦੀ ਲੋਕ ਅਖਾਣਾਂ ਦੀ ਤਰ੍ਹਾਂ ਵਰਤੀਆਂ ਨੇ ਜੀ ਉਹਦੀ, ਅਤੇ ਕੁਛ ਹਾਸਮ ਦੇ ਨਾਲੋਂ ਕਹਿ ਲਓ ਜੀ ਉਹਦੀ ਵੱਖਰਤਾ ਹੈਗੀ ਆ, ਉਹ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਸੱਸੀ ਪੁੰਨੂ ਦੇ ਜੋ ਕਹਿ ਲਓ ਜੀ ਇਹ ਰੋਮਾਂਟਿਕ ਰੰਗ ਨਹੀਂ ਦਿੱਤਾ ਗਿਆ, ਜਿੰਨਾ ਉਹਨੂੰ ਯਥਾਰਥ ਚੌਖਟ ਦੇ ਵਿੱਚ ਉਹਨੂੰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੁੰਨੂ ਦੇ ਕਹਿ ਲਓ ਜੀ ਜਾਣ ਉਪਰੰਤ ਜੋ ਕਰਨਾ ਰਸ ਗੱਲ ਕਰਦੇ ਆ ਜੀ, ਜਦੋਂ ਸੱਸੀ ਅਤੇ ਪੁੰਨੂ ਦਾ ਵਿਛੋੜਾ ਪੈਂਦਾ ਜੀ, ਪੁੰਨੂ ਦੇ ਜਾਣ ਦੇ ਉਪਰੰਤ ਜੋ ਕਰਨਾ ਰਸ ਆਉਣਾ ਸੀਗਾ ਜੀ, ਉਹ ਗੂੜਾ ਨਹੀਂ ਕੀਤਾ ਗਿਆ ਜ਼ਿਆਦਾ ਜਿੰਨੀ ਲੋੜ ਸੀ। ਅਤੇ ਜਿੰਨਾ ਜਾਣ ਪਿੱਛੋਂ ਜੀ ਗੱਲ ਕਰਦੇ ਹਾਂ ਹਾਸ਼ਮ ਨੇ ਆਪਦੇ ਕਿੱਸੇ ਦੇ ਵਿੱਚ ਉਘਾੜਿਆ ਗਾ। ਦੋਹਾਂ ਪ੍ਰੇਮੀਆਂ ਦੀ ਮੌਤ, ਪਸ਼ੂ ਪੰਛੀਆਂ ਦਾ ਰੁਦਨ,
ਤੇ ਪ੍ਰਕਿਰਤੀ ਦਾ ਕਹਿ ਲਓ ਜੀ ਇਸ ਤਰ੍ਹਾਂ ਦੇ ਜੋ ਮੌਤ ਦੇ ਦ੍ਰਿਸ਼ ਨੂੰ ਪੇਸ਼ ਕੀਤਾ ਗਾ, ਉਹ ਆਪਾਂ ਨੂੰ ਵੇਖਣ ਨੂੰ ਮਿਲਦਾ। ਚਿਤਰਨ ਬੜਾ ਹੀ ਕਲਾਮਈ ਢੰਗ ਦੇ ਨਾਲ ਕੀਤਾ ਸੀਗਾ। ਉਸ ਦੀ ਆਪਾਂ ਗੱਲ ਕਰਦੇ ਹਾਂ। ਇਹਦੀਆਂ ਕੁਛ ਲੈਣਾ ਨੇ ਤਾਂ ਉਹ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੇ ਪ੍ਰਕਿਰਤੀ ਦੇ ਬਾਰੇ, ਜਦੋਂ ਉਹਨਾਂ ਦੋਨਾਂ ਦੀ ਕਹਿ ਲਓ ਜੀ ਪ੍ਰੇਮੀਆਂ ਦੀ ਮੌਤ ਹੁੰਦੀ ਹੈ ਤਾਂ ਕਿਸ ਤਰ੍ਹਾਂ ਉਹ ਚੀਜ਼ਾਂ ਬਰਲਾਪ ਕਰਦੀਆਂ ਨੇ, ਉਹ ਵੇਖਣ ਨੂੰ ਮਿਲਦੇ ਨੇ। ਹੁਣ ਥੋੜ੍ਹੀ ਜਿਹੀ ਆਪਾਂ ਗੱਲ ਕਰਦੇ ਹਾਂ ਜੀ ਇਹਦੀ ਕਹਾਣੀ ਦੀ। ਸੱਸੀ ਪੁੰਨੂ ਦੇ ਜੋ ਹਾਫਿਜ਼ ਬਰਖੁਰਦਾਰ ਨੇ ਲਿਖਿਆ, ਉਹਦੀ ਸਟੋਰੀ ਕੀ ਹੈ, ਉਹਦੀ ਥੋੜ੍ਹੀ ਜਿਹੀ ਚਰਚਾ ਕਰ ਲਈਏ ਕਿ ਆਦਮ ਜਾਮ ਦੇ ਘਰ ਕਹਿ ਲਓ ਜੀ ਕੋਈ ਔਲਾਦ ਨਹੀਂ ਸੀਗੀ, ਪਰ ਰੱਬ ਦੀ ਮਿਹਰਬਾਨੀ ਦੇ ਨਾਲ ਉਸ ਦੀ ਪਤਨੀ ਗਰਭਵਤੀ ਹੋਈ ਹੈ ਤਾਂ ਬਹੁਤ ਖੁਸ਼ੀ ਹੋਈ। ਅਤੇ ਪਰ ਜੋਤਸ਼ੀਆਂ ਨੇ ਇੱਕ ਸ਼ੱਕ ਪਾਦਾ ਦੱਸਿਆ ਕਿ ਸੱਸੀ ਜਵਾਨ ਹੋਣ 'ਤੇ, ਭਾਵ ਜਿਹੜਾ ਬੱਚਾ ਹੋਏਗਾ ਉਹ ਜਵਾਨ ਹੋਣ 'ਤੇ ਕਹਿ ਲਓ ਜੀ ਮਨਹੂਸ ਸਾਬਤ ਹੋਵੇਗਾ ਉਹਨਾਂ ਦੇ ਲਈ। ਇਸੇ ਕਰਕੇ ਜੀ ਸੱਸੀ ਨੂੰ ਇੱਕ ਸੰਦੂਖ ਦੇ ਪਾ ਕੇ ਜੰਮਦਿਆਂ ਸਾਰੀ ਦਰਿਆ ਦੇ ਵਿੱਚ ਰੋੜ ਦਿੱਤਾ ਜਾਂਦਾ। ਇਹ ਸੰਦੂਖ ਇੱਕ ਧੋਬੀ ਨੂੰ ਮਿਲਿਆ ਅਤੇ ਉਸ ਧੋਬੀ ਦੀ ਦੇਖ ਰੇਖ ਦੇ ਵਿੱਚ ਸੱਸੀ ਦਾ ਪਾਲਣ ਪੋਸ਼ਣ ਹੁੰਦਾ ਗਾ। ਸੱਸੀ ਦਾ ਸੰਜੋਗ ਸੀ ਪੁੰਨੂ ਨਾਲ ਹੁੰਦਾ। ਜੋਤਸ਼ੀ ਦੱਸਦੇ ਹਨ ਕਿ ਸੱਸੀ ਦੇ ਦਿਲ ਵਿੱਚ ਪੁੰਨੂ ਲਈ ਪਿਆਰ ਜਾਗਦਾ ਹੈ ਅਤੇ ਸੱਸੀ ਪੁੰਨੂ ਦੇ ਪਿਆਰ ਵਿੱਚ ਤੜਫਦੀ ਹੈ ਜੀ। ਇਹ ਇਸ ਕਿੱਸੇ ਦੀ ਕਹਾਣੀ ਹੈ, ਵੇਖਣ ਨੂੰ ਮਿਲਦੀ ਹੈ। ਕਿੱਸਾ ਆਪਾਂ ਉਹਦੀ ਸਟੋਰੀ ਨੂੰ ਪੜ੍ਹਿਆ, ਉਹਦੇ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊ ਕਿਸ ਤਰ੍ਹਾਂ ਉਹਦਾ ਜਨਮ ਹੁੰਦਾ, ਕਿਸ ਤਰ੍ਹਾਂ ਜੋਤਸ਼ੀਆਂ ਦੀ ਭਵਿੱਖਬਾਣੀ ਹੈ ਤਾਂ ਉਹ ਜਿਹੜਾ ਹੈਗਾ ਗਾ ਉਸ ਨੂੰ ਆਪਦੇ ਪਰਿਵਾਰ ਤੋਂ ਵੱਖ ਕਰ ਦਿੰਦੀ ਹੈ। ਕਿਸ ਤਰ੍ਹਾਂ ਉਹਦਾ ਪਾਲਣ ਪੋਸ਼ਣ ਹੁੰਦਾ, ਫਿਰ ਉਸ ਨੂੰ ਕਹਿ ਲਓ ਜੀ ਮੇਲ ਕਿਹਦੇ ਨਾਲ ਹੁੰਦਾ, ਪੁੰਨੂ ਦੇ ਨਾਲ, ਅਤੇ ਪੁੰਨੂ ਦੇ ਪਿਆਰ ਦੇ ਲਈ ਜੋ ਤੜਫ ਹੈ ਅਤੇ ਫਿਰ ਅਖੀਰ ਦੇ ਵਿੱਚ ਦੋਨਾਂ ਦੀ ਜੋ ਕਹਿ ਲਓ ਜੀ ਪਿਆਰ ਦੇ ਵਿੱਚ ਹੀ ਸਮਾਪਤ ਹੋ ਜਾਂਦੇ ਨੇ, ਉਹ ਆਪਾਂ ਨੂੰ ਇਸ ਕਿੱਸੇ ਦੇ ਵਿੱਚ ਵੇਖਣ ਨੂੰ ਮਿਲਦਾ। ਅਤੇ ਬਹੁਤ ਕਹਿ ਲਓ ਜੀ ਪ੍ਰਭਾਵਸ਼ਾਲੀ ਢੰਗ ਨਾਲ ਹਾਫਿਜ਼ ਨੇ ਇਸ ਨੂੰ ਪੇਸ਼ ਕਰਨ ਦੇ ਵਿੱਚ ਸਫਲ ਹੁੰਦਾ। ਤੀਜਾ ਕਿੱਸਾ ਹੈਗਾ ਜੀ ਯੂਸੁਫ ਜ਼ੁਲੈਖਾ ਦਾ। ਤੀਜਾ ਪ੍ਰਸਿੱਧ ਕਿੱਸਾ ਹੈ ਜੀ ਹਾਫਿਜ਼ ਦਾ। ਇਹ ਵਿਦੇਸ਼ੀ ਕਹਾਣੀ ਹੈ ਜੀ, ਨੋਟ ਕਰ ਲਿਓ। ਜੋ ਯੂਸੁਫ ਜ਼ੁਲੈਖਾ ਦੇ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਆਪਣੀ ਕਹਾਣੀ ਨਹੀਂ ਹੈ ਅਤੇ ਵਿਦੇਸ਼ੀ ਕਹਾਣੀ ਹੈ। ਅਤੇ ਹਾਫਿਜ਼ ਦੇ ਅਨੁਸਾਰ ਇਹ ਕਿੱਸਾ ਕਹਿ ਲਓ ਜੀ ਨਵਾਬ ਜਾਫਰ ਖਾਨ ਦੇ ਕਹਿਣ 'ਤੇ ਲਿਖਿਆ ਜੀ। ਇਹ ਨੋਟ ਕਰ ਲਿਓ ਜੀ ਕਿਹਦੇ ਕਹਿਣ 'ਤੇ ਕਿੱਸਾ ਲਿਖਿਆ। ਅਤੇ ਇਸ ਤੋਂ ਇਲਾਵਾ ਜੀ ਨਵਾਬ ਜਾਫਰ ਖਾਨ ਦੀ ਇਹ ਖਵਾਇਸ਼ ਕੀਤੀ ਸੀ ਕਿ ਇਹ ਕਿੱਸਾ ਬਣਾਇਆ ਜਾਵੇ, ਤਾਂ ਉਹਦੇ ਲਈ ਇਹ ਕੁਛ ਲੈਣਾ ਨੇ ਜੀ ਜਿਹੜੀਆਂ ਉਹਦੇ ਕਿੱਸਾ ਲਿਖਣ ਦੀ ਜਿਹਦੇ ਵਿੱਚ ਗੱਲ ਕੀਤੀ ਹੋਈ ਹੈ ਜਾਫਰ ਨੇ, ਉਹਦੇ ਬਾਰੇ ਕਹਿ ਲਓ ਜੀ ਜੋੜਾ ਘੜਾ ਨਗਦ ਦਵਾਇਆ 100 ਰੁਪਇਆ ਜਾਨੀ, ਅਤੇ ਜੋ ਕੁਛ ਉਹਨੂੰ ਕਿੱਸਾ ਲਿਖਣ ਦੇ ਲਈ ਦਿੱਤਾ ਗਿਆ ਉਹ ਸਾਰਿਆਂ ਇਹ ਲੈਣਾ ਦੇ ਵਿੱਚ ਉਹਨੇ ਕਹਿ ਲਓ ਜੀ ਹਾਫਿਜ਼ ਬਰਖੁਰਦਾਰ ਨੇ ਬਿਆਨ ਕੀਤਾ ਗਾ। ਯੂਸੁਫ ਜ਼ੁਲੈਖਾ ਜੀ ਦੇ ਕਿੱਸੇ ਦੇ ਨਾਲ ਪੰਜਾਬੀ ਦੇ ਵਿੱਚੋਂ ਕਹਿ ਲਓ ਜੀ ਅਰਬੀ ਫਾਰਸੀ ਦੀ ਕਿੱਸਾ ਪਰੰਪਰਾ ਦਾ ਪ੍ਰਭਾਵ ਵੇਖਿਆ ਜਾ ਸਕਦਾ। ਪੰਜਾਬੀ ਜੋ ਭਾਸ਼ਾ ਦੇ ਵਿੱਚ ਫਾਰਸੀ ਸ਼ਬਦਾਂ ਅਤੇ ਫਾਰਸੀ ਉਪਮਾ ਅਲੰਕਾਰ ਪ੍ਰਵੇਸ਼ ਕਰ ਜਾਂਦੇ ਆ ਜੀ। ਹਾਫਿਜ਼ ਬਰਖੁਰਦਾਰ ਦੇ ਕਿੱਸੇ ਦੇ ਕਹਿ ਲਓ ਜੀ ਕੇਂਦਰੀ ਪੰਜਾਬੀ ਦੇ ਵਿੱਚ ਲਿਖਿਆ, ਪਰ ਉਸ ਦੀ ਭਾਸ਼ਾ ਦੇ ਵਿੱਚ ਕਿੱਸਾ ਕਹਿਣ ਦੇ ਢੰਗ ਹੈ ਫਾਰਸੀ ਪ੍ਰਭਾਵ ਦੇਖਿਆ ਜਾ ਸਕਦਾ। ਯੂਸੁਫ ਜ਼ੁਲੈਖਾ ਦੀ ਆਪਾਂ ਗੱਲ ਕਰਦੇ ਹਾਂ। ਕਿੱਸੇ ਦੇ ਨਾਲ ਪੰਜਾਬੀ ਦੇ ਵਿੱਚ ਕਹਿ ਲਓ ਜੀ ਅਰਬੀ ਫਾਰਸੀ ਦਾ ਕਿੱਸੇ ਦਾ ਪ੍ਰਭਾਵ ਪੈਣਾ ਸ਼ੁਰੂ ਹੋਇਆ ਗਾ, ਵੇਖਣ ਨੂੰ ਮਿਲਦਾ ਗਾ। ਗੱਲਬਾਤ ਹੋ ਰਹੀ ਹੈ ਜੀ ਯੂਸੁਫ ਜੋ ਜ਼ੁਲੈਖਾ ਦਾ ਕਿੱਸਾ, ਉਹਦੇ ਵਿੱਚ ਅਰਬੀ ਫਾਰਸੀ ਪਰੰਪਰਾ ਦਾ ਪ੍ਰਭਾਵ ਦੇਖਣ ਨੂੰ ਮਿਲਦਾ। ਪੰਜਾਬੀ ਕਹਿ ਲਓ ਜੀ ਭਾਸ਼ਾ ਦੇ ਵਿੱਚ ਆਪਾਂ ਦੇਖਦੇ ਹਾਂ ਫਾਰਸੀ ਸ਼ਬਦਾਵਲੀ, ਫਾਰਸੀ ਉਪਮਾ ਅਲੰਕਾਰ ਪ੍ਰਵੇਸ਼ ਕਰਦੇ ਆ। ਹਾਫਿਜ਼ ਦੇ ਆਪਾਂ ਕਿੱਸੇ ਦੀ ਗੱਲ ਕਰੀਏ ਤਾਂ ਇਹਦੀ ਭਾਸ਼ਾ ਕਿਹੜੀ ਹੈ, ਕੇਂਦਰੀ ਪੰਜਾਬੀ। ਅਤੇ ਕਿਸੇ ਦੀ ਜੋ ਭਾਸ਼ਾ ਲਿਖਣ ਦਾ ਢੰਗ ਤੋਂ ਪਤਾ ਲੱਗਦਾ ਜੀ ਫਾਰਸੀ ਪ੍ਰਭਾਵ ਵੇਖਣ ਨੂੰ ਮਿਲਦਾ, ਜਿਹਦੀ ਐਗਜ਼ਾਮਪਲ ਤੁਸੀਂ ਇਹ ਲੈਣਾ ਦੇ ਵਿੱਚ ਵੇਖ ਸਕਦੇ ਹੋ ਜੀ। ਸੂਰਤ ਇਸ ਹਿਸਾਬੋਂ ਜੀ ਬਾਹਰ ਕਿਆ ਸਿਫਤ ਕਰੀਏ। ਇਹ ਕੁਛ ਲਫ਼ਜ਼ ਨੇ ਜਿਹੜੇ ਇਹਦੇ ਵਿੱਚੋਂ ਫਾਰਸੀ ਦੇ ਵੀ ਹੋਰ ਲੈਣਾ ਦੇ ਵਿੱਚ ਤੁਸੀਂ ਨੋਟ ਕਰ ਲਓ ਜੀ। ਨਾਜ਼ੁਕ ਬਦਨ, ਸੁਰਾਹੀ ਬਦਨ ਜੀ, ਉਂਗਲੀਆਂ ਜਿਉਂ ਫਲੀਆਂ ਜੀ, ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਜੀ। ਸੁਰਾਹੀ ਗਰਦਨ ਦੀ ਗੱਲਬਾਤ ਹੋ ਰਹੀ ਹੈ ਜੀ, ਨਾਜ਼ੁਕ ਬਦਨ ਦੀ ਹੋ ਰਹੀ ਹੈ, ਸੁਰਾਹੀ ਗਰਦਨ ਦੀ, ਉਂਗਲੀਆਂ ਫਲੀਆਂ ਦੀ, ਪਲਕਾਂ ਦੀ, ਤੀਰ ਕਮਾਨਾਂ ਦੀ, ਅਥਰੂਆਂ ਦੀ, ਦੰਦ ਚੰਬੇ ਦੀਆਂ ਕਲੀਆਂ ਦੀ ਜੀ। ਇਸ ਤੋਂ ਇਲਾਵਾ ਜੀ ਵੱਖਰੇ ਵੱਖਰੇ ਰੌਸ਼ਨ ਦੀਵੇ, ਇਸ ਤਰ੍ਹਾਂ ਦੇ ਜੋ ਸ਼ਬਦ ਆਪਾਂ ਨੂੰ ਵੇਖਣ ਨੂੰ ਮਿਲਦੇ ਆ। ਅਤੇ ਹੀਰ ਦਮੋਦਰ ਦੇ ਵਾਂਗ ਇਹ ਕਿਹੜਾ ਛੰਦ ਵਰਤਿਆ ਜੀ, ਦਵਈਆ ਛੰਦ ਵਰਤਦੀ ਹੈ ਜੀ। ਕਿੱਸਾ ਜੋ ਯੂਸੁਫ ਜ਼ੁਲੈਖਾ ਦਾ ਜੀ, ਜਿਸ ਵਿੱਚ ਜ਼ਿਕਰ ਮਿਲਦਾ ਗਾ ਕੁਰਾਨ ਮਜੀਦ ਵਿੱਚ ਆਇਆ, ਅਤੇ ਇਸ ਵਿੱਚ ਇਸਲਾਮੀ ਸੰਸਕ੍ਰਿਤੀ ਵਿਸ਼ੇਸ਼ ਥਾਂ ਰੱਖਦੀ ਹੈ। ਫਾਰਸੀ ਤੋਂ ਕਹਿ ਲਓ ਜੀ ਪੰਜਾਬੀ ਦੇ ਵਿੱਚ ਇਹਨੂੰ ਢਾਲਿਆ ਗਿਆ। ਇਸੇ ਕਰਕੇ ਪਹਿਲੀ ਵਾਰ ਪੰਜਾਬੀ ਕਿੱਸਾ ਕਾਵਿ ਦੇ ਵਿੱਚ
ਰਸੀ ਦੇ ਵਿੱਚ ਕਹਿ ਲਓ ਜੀ ਜੋ ਮਸਨਵੀ ਸ਼ੈਲੀ ਦਾ ਕਹਿ ਲਓ ਜੀ ਨਿਖੜਵਾਂ ਰੰਗ ਆਪਾਂ ਨੂੰ ਵੇਖਣ ਨੂੰ ਮਿਲਦਾ। ਜ਼ੁਲੈਖਾ ਦਾ ਯੂਸੁਫ ਦੀ ਸੁੰਦਰਤਾ 'ਤੇ ਮੋਹਿਤ ਹੋ ਜਾਣਾ ਅਤੇ ਆਪਣੇ ਆਪ ਉੱਤੇ ਕਾਬੂ ਨਾ ਰੱਖਣਾ ਬੜੇ ਹੀ ਕਲਾਮਈ ਢੰਗ ਦੇ ਨਾਲ ਬਿਆਨ ਕੀਤਾ ਗਿਆ। ਕਈ ਥਾਵਾਂ 'ਤੇ ਕਹਿ ਲਓ ਜੀ ਕੁਦਰਤ ਦਾ ਵਰਣਨ ਆਪਾਂ ਨੂੰ ਵੇਖਣ ਨੂੰ ਮਿਲਦਾ, ਜਿਵੇਂ ਜੀ ਰੌਸ਼ਨ ਰਾਤ ਦੇ ਬਾਰੇ ਗੱਲ ਕਰਦੇ ਆ ਜੀ। ਇਹ ਲੈਣਾ ਨੇ ਕੁਛ, ਠੀਕ ਹੈ ਜੀ, ਜਿਸ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੋਈ ਆ। ਕੁਦਰਤ ਦਾ ਵਰਣਨ ਆਪਾਂ ਨੂੰ ਵੇਖਣ ਨੂੰ ਮਿਲਦਾ ਗਾ ਜੀ। ਹਾਫਿਜ਼ ਬਰਖੁਰਦਾਰ ਦੀ ਆਪਾਂ ਗੱਲ ਕਰ ਰਹੇ ਹਾਂ। ਲਿਖੇ ਹੋਏ ਹੋਰ ਕਿੱਸਿਆਂ ਨਾਲੋਂ ਜੀ ਫਾਰਸੀ ਦਾ ਪ੍ਰਭਾਵ ਵਧੇਰੇ। ਕਿਹੜੇ ਕਿੱਸੇ ਆ 'ਤੇ ਜੀ? ਯੂਸੁਫ ਜੋ ਕਹਿ ਲਓ ਜੀ ਜ਼ੁਲੈਖਾ ਦਾ ਕਿੱਸਾ, ਉਸ ਦੀ ਗੱਲਬਾਤ ਹੋ ਰਹੀ ਹੈ ਅਤੇ ਜ਼ੁਲੈਖਾ ਦੀ ਸੁੰਦਰਤਾ ਇਸ ਕਿੱਸੇ ਦੇ ਵਿੱਚ ਕਿਵੇਂ ਵਰਣਨ ਕੀਤੀ ਹੈ ਜੀ, ਉਹ ਤੁਸੀਂ ਆਹ ਲੈਣਾ ਦੇ ਵਿੱਚੋਂ ਨੋਟ ਕਰ ਲੈਣਾ ਜੀ। ਇਹ ਲੈਣਾ ਨੇ ਕੁਛ ਜੀ। ਮੂੰਹ ਮਹਿਤਾਬ ਦੀ ਗੱਲ ਹੋ ਰਹੀ ਹੈ ਜੀ, ਠੀਕ ਹੈ। ਅੱਖਾਂ ਰੌਸ਼ਨ ਦੀ ਗੱਲ ਹੋ ਰਹੀ ਹੈ, ਠੀਕ ਹੈ। ਨਾਜ਼ੁਕ ਬਦਨ ਦੀ, ਸੁਰਾਹੀ ਗਰਦਨ ਦੀ, ਉਂਗਲੀਆਂ ਦੀ ਗੱਲਬਾਤ ਹੋ ਰਹੀ ਹੈ, ਠੋਡੀ ਦੀ ਗੱਲ ਹੋ ਰਹੀ ਹੈ ਜੀ, ਠੀਕ ਹੈ। ਇਸ ਤਰ੍ਹਾਂ ਦੀਆਂ ਜੋ ਆਪਾਂ ਗੱਲ ਕਰੀਏ ਜੀ, ਪਰੀਆਂ ਦੀ ਗੱਲਬਾਤ ਹੋ ਰਹੀ ਹੈ। ਇਹ ਇਸ ਤਰ੍ਹਾਂ ਦੇ ਸ਼ਬਦ ਉਸਦੇ ਕਹਿ ਲਓ ਜੀ ਕਿਹਦੇ ਲਈ ਵਰਤਿਆ ਜੀ? ਜ਼ੁਲੈਖਾ ਦੀ ਖੂਬਸੂਰਤੀ ਕਰਨ ਦੇ ਲਈ ਵਰਤੋਂ ਕਰਦਾ ਗਾ। ਥੋੜ੍ਹੀ ਜਿਹੀ ਆਪਾਂ ਸਟੋਰੀ ਦੀ ਗੱਲ ਕਰ ਲਈਏ ਜੀ। ਜੋ ਇਹ ਕਿੱਸਾ ਹੈਗਾ ਜੀ ਯੂਸੁਫ ਜ਼ੁਲੈਖਾ ਦਾ, ਇਹਦੀ ਸਟੋਰੀ ਕੀ ਹੈ? ਕਿਸੇ ਨੂੰ ਲਿਖ ਕੇ ਕਹਿ ਲਓ ਜੀ ਨਵਾਬ ਅਫਰ ਖਾਂ ਦੇ ਕੋਲ ਪੇਸ਼ ਕੀਤਾ ਗਿਆ। ਯੂਸੁਫ ਬਹੁਤ ਹੀ ਕਹਿੰਦੇ ਸੋਹਣਾ ਸੀ। ਉਸ ਨੂੰ ਦੇਖ ਕੇ ਮਿਸਰ ਦੀਆਂ ਔਰਤਾਂ ਬੇਹਾਲ ਹੋ ਗਈਆਂ ਸੀ। ਮਿਸਰ ਦੀਆਂ ਔਰਤਾਂ ਨੂੰ ਆਪਣੀ ਸੁੰਦਰਤਾ 'ਤੇ ਮਾਣ ਸੀ, ਹੰਕਾਰ ਸੀ ਅਤੇ ਉਹ ਕਹਿ ਲਓ ਜੀ ਜ਼ੁਲੈਖਾ ਨੂੰ ਬਹੁਤ ਸੋਹਣੀ ਮੰਨਦੀਆਂ ਸਨ। ਯੂਸੁਫ ਇੰਨਾ ਸੋਹਣਾ ਹੈ ਕਿ ਜੋ ਕਹਿ ਲਓ ਜੀ ਉਹਦੇ ਬਾਰੇ ਗੱਲਬਾਤ ਹੋਈ ਹੈ ਯੂਸੁਫ ਦੇ ਇੰਨੇ ਸੋਹਣੇ ਹੋਣ ਦੀ, ਤਾਂ ਜੋ ਕਹਿੰਦੇ ਉਹ ਵੀ ਕਹਿੰਦੇ ਆਸ਼ਕ ਹੋ ਗਈ ਸੀ। ਕੌਣ? ਜ਼ੁਲੈਖਾ ਜੀ। ਇੰਨਾ ਜ਼ਿਆਦਾ ਉਹ ਸੁੰਦਰ ਸੀ ਕਿ ਜੋ ਬਹੁਤ ਜ਼ਿਆਦਾ ਪ੍ਰਸਿੱਧ ਸੀ ਔਰਤਾਂ ਦੇ ਵਿੱਚ, ਮਿਸਰ ਦੀਆਂ ਔਰਤਾਂ ਦੇ ਵਿੱਚ ਜ਼ੁਲੈਖਾ। ਉਹ ਵੀ ਕਹਿੰਦੇ ਜੀ ਪ੍ਰਭਾਵਿਤ ਹੋਏ ਬਿਨਾਂ ਯੂਸੁਫ ਤੋਂ ਨਹੀਂ ਰਹਿ ਸਕੀ ਸੀ। ਯੂਸੁਫ ਨੂੰ ਗੱਲਬਾਤ ਹੋ ਰਹੀ ਹੈ ਜੀ। ਜ਼ੁਲੈਖਾ ਨੂੰ ਯੂਸੁਫ ਦਾ ਵਿਰੋਧ ਸਤਾਉਂਦਾ ਸੀ। ਉਸ ਨੂੰ ਸਮਾਜ ਵਿੱਚ ਪਾਗਲ ਕਹਿਣ ਲੱਗਦੇ ਆ। ਉਸ ਦੇ ਮਾਂ ਬਾਪ ਨੇ ਵੀ ਜ਼ੁਲੈਖਾ ਦੇ ਪੈਰਾਂ ਦੇ ਵਿੱਚ ਸੰਗਲ ਪਾ ਦਿੱਤੇ ਸੀ। ਨੋਟ ਕਰ ਲਿਓ ਜੀ, ਸਟੋਰੀ ਦੇ ਵਿੱਚ ਸੰਗਲ ਪਾ ਦਿੱਤੇ ਸੀਗੇ। ਜ਼ੁਲੈਖਾ ਬੁੱਢੀ ਹੋਣ ਦੇ ਵੀ ਯੂਸੁਫ ਨੂੰ ਮਿਲਦੀ ਹੈ। ਯੂਸੁਫ ਉਸ ਨੂੰ ਜਵਾਨ ਕਰ ਦਿੰਦਾ ਗਾ ਅਤੇ ਯੂਸੁਫ ਅਤੇ ਜ਼ੁਲੈਖਾ ਦਾ ਆਪਸ ਵਿੱਚ ਵਿਆਹ ਹੋ ਜਾਂਦਾ ਹੈ। ਅਤੇ ਇਸ ਕਿੱਸੇ ਨੂੰ ਹਾਫਿਜ਼ ਬਰਖੁਰਦਾਰ ਨੇ ਹੀ ਕਹਿ ਲਓ ਜੀ ਬਹੁਤ ਹੀ ਸੋਹਣੇ ਢੰਗ ਦੇ ਨਾਲ ਪੇਸ਼ ਕੀਤਾ ਗਾ। ਹੁਣ ਥੋੜ੍ਹੀ ਸਟੋਰੀ ਸਮਝਾ ਦੇਣਾ ਜੀ ਸੌਖੇ ਸ਼ਬਦਾਂ ਦੇ ਵਿੱਚ ਕਿ ਇਹ ਸਟੋਰੀ ਕੀ ਹੈ। ਯੂਸੁਫ ਬਹੁਤ ਸੁੰਦਰ ਹੈ, ਪਰ ਮਿਸਰ ਦੀਆਂ ਔਰਤਾਂ ਆਪਦੇ ਸੁੰਦਰਤਾ 'ਤੇ ਬਹੁਤ ਜ਼ਿਆਦਾ ਮਾਣ ਕਰ ਰਹੀਆਂ ਨੇ, ਤਾਂ ਉਹਦੇ ਕਰਕੇ ਜੀ ਮਾਣ ਕੌਣ ਤੋੜਦਾ? ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਕਹਿ ਲਓ ਜੀ ਜ਼ੁਲੈਖਾ ਖੂਬਸੂਰਤ ਹੈ, ਅਤੇ ਪਰ ਯੂਸੁਫ ਉਦੋਂ ਵੀ ਜ਼ਿਆਦਾ ਖੂਬਸੂਰਤ ਹੈਗਾ ਅਤੇ ਜ਼ੁਲੈਖਾ ਵੀ ਉਹ ਤੋਂ ਪ੍ਰਭਾਵਿਤ ਹੋ ਜਾਂਦੀ ਹੈ, ਤਾਂ ਉਹਨੂੰ ਪਿਆਰ ਕਰਨ ਲੱਗ ਜਾਂਦੀ ਆ। ਤਾਂ ਫਿਰ ਕਹਿੰਦੇ ਆ ਜੀ ਉਹਦੇ ਕਹਿ ਲਓ ਜੀ ਸਮਾਜ ਦੇ ਵਿੱਚ ਉਹਨੂੰ ਪਾਗਲ ਕਹਿਣ ਲੱਗ ਜਾਂਦੇ ਆ। ਜਦੋਂ ਜ਼ੁਲੈਖਾ ਨੂੰ ਵਿਰੋਧ ਸਤਾਉਣ ਲੱਗ ਜਾਂਦਾ ਤਾਂ ਫਿਰ ਉਹਨੂੰ ਸੰਗਲ ਪਾ ਕੇ ਬੰਨ੍ਹ ਦਿੱਤਾ ਜਾਂਦਾ। ਫਿਰ ਕੀ ਹੁੰਦਾ ਗਾ ਜੀ, ਜਦੋਂ ਬੁੱਢੀ ਹੋ ਜਾਂਦੀ ਹੈ ਤਾਂ ਯੂਸੁਫ ਮਿਲਦਾ ਤਾਂ ਫਿਰ ਉਹਨੂੰ ਜਵਾਨ ਕਰ ਦਿੰਦਾ। ਦੋਨਾਂ ਦੇ ਵਿਆਹ ਹੋਣ ਦੀ ਗੱਲਬਾਤ ਹੁੰਦੀ ਹੈ, ਜੋ ਬੜੇ ਹੀ ਸੋਹਣੇ ਢੰਗ ਦੇ ਨਾਲ ਹਾਫਿਜ਼ ਬਰਖੁਰਦਾਰ ਨੇ ਪੇਸ਼ ਕੀਤੀ ਹੈ। ਕਹਾਣੀ ਇੱਕ ਵੱਖਰੀ ਹੈ ਜੀ, ਨੋਟ ਕਰ ਲਿਓ ਜੀ। ਹਾਫਿਜ਼ ਦੇ ਨਾਲ ਕਹਿ ਲਓ ਜੀ ਪੰਜਾਬੀ ਕਿੱਸਾ ਕਾਵਿ ਇੱਕ ਨਵਾਂ ਦੌਰ ਸ਼ੁਰੂ ਹੁੰਦਾ। ਇਹਦੇ ਬਾਰੇ ਡਾਕਟਰ ਮੋਹਨ ਸਿੰਘ ਦੇ ਅਨੁਸਾਰ ਹਾਫਿਜ਼ ਕਹਿ ਲਓ ਜੀ ਇੱਕ ਮਹਾਨ ਸਾਹਿਤਕਾਰ ਹੈ, ਜਿਹੜਾ ਸਾਹਿਬਜ਼ਾਦਿਆਂ ਅਤੇ ਕਿਸਾਨਾਂ, ਅਨਪੜ੍ਹਾਂ ਅਤੇ ਵਿਦਵਾਨਾਂ ਅਤੇ ਕਵੀਆਂ ਕਹਿ ਲਓ ਜੀ ਜੋ ਮੌਲਾਨਿਆਂ ਦਾ ਇੱਕ ਸਮਾਨ ਘੁਲਿਆ ਮਿਲਿਆ ਹੈ, ਅਤੇ ਉਹ ਜਨ ਸਿੱਖਿਆ ਅਤੇ ਲੋਕ ਸਾਹਿਤ ਦੇ ਸਮਾਨ ਕਹਿ ਲਓ ਜੀ ਮਹਾਨ ਕਾਰਜ ਨੂੰ ਸੰਪੂਰਨ ਕਰ ਸਕਿਆ। ਉਹਦੇ ਬਾਰੇ ਗੱਲਬਾਤ ਕਰਦੇ ਨੇ ਕਿ ਉਹਨੇ ਵੱਖ-ਵੱਖ ਵਿਸ਼ਿਆਂ ਨੂੰ, ਉਹਦੇ ਪਾਤਰ ਸਾਹਿਬਜ਼ਾਦੇ, ਕਿਸਾਨ, ਅਨਪੜ੍ਹ, ਵਿਦਵਾਨ, ਹਰ ਇੱਕ ਤਰ੍ਹਾਂ ਦੇ ਕਹਿ ਲਓ ਜੀ ਲੋਕਾਂ ਦੇ ਨਾਲ ਘੁਲ ਮਿਲ ਕੇ ਉਸ ਤਰ੍ਹਾਂ ਦੇ ਪਾਤਰਾਂ ਨੂੰ ਪੇਸ਼ ਕਰਨ ਦੇ ਵਿੱਚ ਸਫਲ ਹੋਇਆ। ਡਾਕਟਰ ਅਜੀਤ ਸਿੰਘ ਸੀਤਲ ਦੀ ਗੱਲ ਕਰਦੇ ਹਾਂ। ਉਹਨਾਂ ਨੇ ਹਾਫਿਜ਼ ਬਰਖੁਰਦਾਰ ਦੀ ਕਾਵਿ ਕਲਾ ਦੇ ਮੁਲਾਂਕਣ ਕਰਦੇ ਹੋਏ ਲਿਖਦੇ ਆ ਕਿ ਹਾਫਿਜ਼ ਬਰਖੁਰਦਾਰ ਵਿੱਚ ਕਹਿ ਲਓ ਗੱਲ ਦੀ ਸੋਧ, ਸ਼ਬਦਾਂ ਅਤੇ ਕਥਾ ਵਸਤੂ ਦਾ ਸੰਕੋਚ, ਮਤਲਬ ਦਾ ਖੁੱਲ੍ਹਾ ਡੁੱਲਾ ਬਿਆਨ, ਢੁਕਵੇਂ ਰੂਪਕ ਦ੍ਰਿਸ਼ਟਾਂਤ, ਉੱਚੇ ਭਾਵ, ਸੋਚ ਉਡਾਰੀ ਵਰਗੇ ਜੀ ਐਸ਼
ਉਸ ਦੀ ਕਾਵ ਕਲਾ ਨੂੰ ਨਿਪੁੰਨ ਬਣਾਉਂਦੇ ਨੇ। ਇਹ ਕਿਹਦੀਆਂ ਨੇ ਜੀ? ਉਹਦੀਆਂ ਗੱਲਾਂ ਨੇ, ਉਹਦੇ ਵੱਖ-ਵੱਖ ਵਿਸ਼ੇ ਨੇ, ਪਹਿਲੂ ਨੇ, ਉਸ ਦੇ ਬਾਰੇ ਜੀਤ ਸਿੰਘ ਸੀਤਲ ਨੇ ਬੋਲੇ ਲਈ ਸ਼ਬਦ। ਡਾਕਟਰ ਪਿਆਰ ਸਿੰਘ ਦੇ ਅਨੁਸਾਰ ਜੋ ਯੂਸਫ ਜ਼ੁਲੇਖਾ ਦੀ ਭੂਮਿਕਾ ਦੇ ਵਿੱਚ ਲਿਖਦੇ ਆ ਜੀ, ਬਰਖੁਰਦਾਰ ਦੇ ਜੋ ਕਲਾਮ ਨੇ ਜੀ ਵਿੱਚ ਖਾਸ ਕਰਕੇ ਯੂਸਫ ਜ਼ੁਲੇਖਾ ਦੇ ਵਿੱਚ ਜੋ ਕਹਿ ਲਓ ਜੀ ਪੁਖਤਗੀ, ਸੋਝ ਅਤੇ ਮਧੁਰਤਾ ਦਰਸਾਉਂਦੀ ਹੈ, ਅਤੇ ਉਹ ਪੰਜਾਬੀ ਦੀਆਂ ਬਹੁਤ ਘੱਟ ਰਚਨਾਵਾਂ ਦਾ ਕਹਿ ਲਓ ਜੀ ਵਾਰਸ ਹੈ, ਵਿਰਸਾ ਹੈਗਾ ਕਿ ਜੋ ਸੋਝ ਹੈ, ਮਧੁਰਤਾ, ਜੋ ਇਸ ਤਰ੍ਹਾਂ ਦੀ ਚੀਜ਼ਾਂ ਵੇਖਣ ਨੂੰ ਮਿਲਦੀਆਂ ਜੀ, ਉਹ ਕਾਹਦੇ ਵਿੱਚ ਮਿਲਦੀਆਂ ਜੀ? ਬਹੁਤ ਘੱਟ ਹੋਰ ਕਿੱਸਿਆਂ ਦੇ ਵਿੱਚ ਕਹਿ ਲਓ, ਰਚਨਾਵਾਂ ਦੇ ਵਿੱਚ ਆਪਾਂ ਨੂੰ ਰਚਨਾਵਾਂ ਦਾ ਹਿੱਸਾ ਬਣਦੀਆਂ, ਰਚਨਾਵਾਂ ਦਾ ਵਿਰਸਾ ਬਣਦੀਆਂ ਸੀ। ਕਾਵਕ ਗੁਣਾਂ ਦੀ ਗੱਲ ਕਰੀਏ ਜੀ, ਹਾਫਿਜ਼ ਬਰਖੁਰਦਾਰ ਦੇ ਕਿੱਸੇ ਦੀ ਬਣਤਰ ਪੱਖੋਂ ਜੀ ਵਧੀਆ ਰਚਨਾਵਾਂ ਨੇ। ਇਹਨਾਂ ਰਚਨਾਵਾਂ ਦੇ ਵਿੱਚ ਪਰਾਸਰੀਰਕ ਘਟਨਾਵਾਂ, ਨਾਟਕੀ ਵਰਤਾਂਤ, ਨਾਇਕ ਨਾਇਕਾ ਦੀ ਬਾਹਰਮੁਖੀ ਸੁੰਦਰਤਾ ਦਾ ਕਹਿ ਲਓ ਜੀ ਅਲੰਕਾਰ ਦੇ ਤੌਰ 'ਤੇ ਵਰਣਨ ਮਿਲਦਾ। ਇਸ ਤੋਂ ਇਲਾਵਾ ਜੀ ਫਾਰਸੀ ਦੀ ਕਹਿ ਲਓ ਜੀ ਪਰੰਪਰਾਗਤ ਜੋ ਮਸਨਵੀ ਕਲਾ ਦੇ ਨਾਲ ਕਹਿ ਲਓ ਜੀ ਜਾ ਮਿਲਦੇ ਆ। ਇਹ ਚੀਜ਼ਾਂ ਆਪਾਂ ਨੂੰ ਖਾਸ ਤੌਰ 'ਤੇ ਪਹਿਲੀ ਵਾਰ ਜੋ ਮਸਨਵੀ ਕਲਾ ਵੇਖਣ ਨੂੰ ਮਿਲਦੀ ਹੈ ਜੀ ਆਪਾਂ ਨੂੰ। ਯੂਸਫ ਜ਼ੁਲੇਖਾ ਦਾ ਕਿੱਸਾ ਕਹਿ ਲਓ ਜੀ 1090 ਹਿਜਰੀ ਦੇ ਵਿੱਚ ਭਾਵ 1687 ਈਸਵੀ ਦੇ ਵਿੱਚ ਲਿਖਿਆ ਗਿਆ, ਅਤੇ ਇਸ ਕਿਰਤ ਨੂੰ ਕਹਿ ਲਓ ਜੀ ਨਵਾਬ ਜ਼ਾਫਰ ਖਾਨ ਨੇ ਕਹਿ ਲਓ ਜੀ ਪੁਰਸਕਾਰ ਦਿੱਤਾ ਗਾ ਉਹਦੇ ਲਈ। ਤਾਂ ਇਸੇ ਕਰਕੇ ਕਹਿ ਲਓ ਜੀ ਇਸ ਦੇ ਨਾਂ ਹੇਠ ਹੀ ਕਹਿ ਲਓ ਜੀ ਸੱਸੀ ਪੁੰਨੂ ਦੀ ਆਪਾਂ ਗੱਲ ਕਰਦੇ ਹਾਂ। ਮਿਰਜ਼ਾ ਸਾਹਿਬਾ ਯੂਸਫ ਜ਼ੁਲੇਖਾ ਦੇ ਕਿੱਸਿਆਂ ਦੀ ਕਹਿ ਲਓ ਜੀ ਹਿੰਦੀ ਵਿੱਚ ਅਨੁਵਾਦ ਕੀਤਾ ਬਰਖੁਰਦਾਰ ਨੇ। ਆਦਿ ਦੀਆਂ ਰਚਨਾ ਧਾਰਮਿਕ ਰਚਨਾਵਾਂ ਨੇ, 3 ਸੀਆਰਫੀ ਨੇ ਜੀ, 1 12ਮਾਹ ਰਚਨਾਵਾਂ ਲਿਖੀਆਂ ਨੇ ਜੀ। ਇਸ ਤੋਂ ਇਲਾਵਾ ਜੀ ਆਪਾਂ ਗੱਲ ਕਰਦੇ ਹਾਂ ਜੀ ਮਿਰਜ਼ਾ ਸਾਹਿਬਾ ਅਤੇ ਜੋ ਪੀਲੂ ਦੀ ਲਿਖੀ ਹੋਈ ਕਹਿ ਲਓ ਜੀ ਸੱਸੀ ਪੁੰਨੂ ਦੀ ਗੱਲ ਕਰਦੇ ਹਾਂ ਆਪਾਂ, ਉਹਨਾਂ ਦੇ ਬਾਰੇ ਗੱਲਬਾਤ ਹੋ ਰਹੀ ਹੈ ਕਿ ਜੋ ਮਿਰਜ਼ਾ ਸਾਹਿਬਾ ਹੈਗਾ ਜੀ ਉਹ ਪੀਲੂ ਦੇ ਪਹਿਲਾਂ ਲਿਖਿਆ ਹੋਇਆ ਸੀ, ਤਾਂ ਉਹਦੀ ਰੰਗਤ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਜਦੋਂ ਆਪਾਂ ਸੱਸੀ ਪੁੰਨੂ ਦੀ ਗੱਲ ਕਰਦੇ ਹਾਂ ਉਹ ਕਹਿ ਲਓ ਜੀ ਨਿਰੋਲ ਪੰਜਾਬੀ ਰੰਗਣ ਦੇਣ ਵਿੱਚ ਕਾਮਯਾਬ ਹੁੰਦਾ, ਅਤੇ ਉਸ ਕਹਿ ਲਓ ਜੀ ਫਾਰਸੀ ਦੀ ਰੰਗਤ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਉਸ ਕਿੱਸੇ ਦੇ ਉੱਪਰ। ਇਸ ਤੋਂ ਇਲਾਵਾ ਜੀ ਯੂਸਫ ਜ਼ੁਲੇਖਾ ਦੇ ਰਾਹੀਂ ਪੰਜਾਬੀ ਪ੍ਰੀਤ ਕਿੱਸਾ ਕਾਵਿ ਦੇ ਵਿੱਚ ਕੁਰਾਨ ਦੀਆਂ ਆਇਤਾਂ ਦੇ ਲੈ ਕੇ ਆਉਂਦਾ ਜੀ। ਪੰਜਾਬੀ ਕਿੱਸਾ ਕਾਵਿ ਵਿੱਚ ਕਹਿ ਲਓ ਜੀ ਸੱਭਿਆਚਾਰਕ ਸਥਿਤੀਆਂ ਨੂੰ ਪੇਸ਼ ਕਰਦਾ। ਪੰਜਾਬੀ ਕਿੱਸਾ ਕਾਵਿ ਦੇ ਵਿੱਚ ਸੱਭਿਆਚਾਰਕ ਸਥਿਤੀਆਂ ਨੂੰ ਦਰਸਾਉਂਦਾ, ਸੂਫੀ ਅਤੇ ਇਸਲਾਮ ਦੇ ਖਿਆਲਾਂ ਦਾ ਮਾਧਿਅਮ ਬਣਾਇਆ ਜਾਂਦਾ ਜੀ। ਕਿੱਸਿਆਂ ਦੇ ਵਿੱਚ ਕਹਿ ਲਓ ਜੀ ਫਾਰਸੀ ਜੋ ਮਸਨਵੀ ਦਾ ਡੂੰਘਾ ਪ੍ਰਭਾਵ ਵੇਖਣ ਨੂੰ ਮਿਲਦਾ ਗਾ। ਮਸਨਵੀ ਰੂਪ ਦੇ ਵਿੱਚ ਪਹਿਲੀ ਵਾਰ ਸੰਦ ਵਰਤਿਆ ਗਿਆ, ਇਹ ਨੋਟ ਕਰ ਲਿਓ ਜੀ, ਖਾਸ ਤੌਰ 'ਤੇ ਪਹਿਲੀ ਵਾਰ ਮਸਨਵੀ ਦੇ ਰੂਪ ਵਿੱਚ ਪਹਿਲੀ ਵਾਰ ਸੰਦ ਵਰਤਿਆ ਗਿਆ ਸੀਗਾ। ਸਿੰਗਾਰ ਰਸ, ਕਰਨਾ ਰਸ, ਮਨੋਵਿਗਿਆਨਕ ਸੋਹਾਂ ਨੇ ਜੀ, ਸਥਾਨਕ ਭਾਸ਼ਾ, ਮੰਗਲਾਚਰਨ, ਠੇਠ, ਸ਼ਬਦਾਵਲੀ ਇਸ ਦੀਆਂ ਰਚਨਾਵਾਂ ਦਾ ਵਿਸ਼ੇਸ਼ ਗੁਣ ਹੈ ਜੀ। ਕਿਹਦੀਆਂ ਦਾ ਜੀ? ਹਾਫਿਜ਼ ਬਰਖੁਰਦਾਰ ਦੀਆਂ ਨੇ। ਕਾਵਿ ਕਲਾ ਦੇ ਵਿੱਚ ਨਿਪੁੰਨਤਾ, ਗੱਲ ਦੀ ਸੇਧ, ਸ਼ਬਦਾਂ ਦੀ ਕਥਾ ਵਸਤੂ ਅਤੇ ਸੰਕੋਚ, ਢੁਕਵੇਂ ਰੂਪਕ, ਦ੍ਰਿਸ਼ਟਾਂਤ, ਉੱਚੇ ਭਾਵ ਨੇ ਜੀ, ਸੋਚ ਕਹਿ ਲਓ ਜੀ, ਉਡਾਰੀ ਆਦਿ ਉਹਦੇ ਵਿਸ਼ੇਸ਼ਤਾ ਹੈਗੀਆਂ ਜੀ। ਕਿੱਸਿਆਂ ਦੇ ਵਿੱਚ ਕਹਿ ਲਓ ਜੀ ਪੂਰਬਲੇ ਕਿੱਸਿਆਂ ਦੇ ਨਾਲੋਂ ਜੋ ਪਹਿਲਾਂ ਲਿਖੇ ਹੋਏ ਕਿੱਸੇ ਸੀ ਉਹਨਾਂ ਦੀਆਂ ਕਿਰਤਾਂ ਦਾ ਲੇਖਾ ਜੋਖਾ ਕਰਕੇ ਜੀ ਪੰਜਾਬੀ ਆਲੋਚਨਾ ਦੇ ਮੋਢੀਆਂ ਵਾਲਾ ਵੀ ਰੋਲ ਅਦਾ ਕਰਦਾ ਗਾ। ਉਹਨਾਂ ਦੇ ਬਾਰੇ ਗੱਲਬਾਤ ਵੀ ਕਰਦਾ ਥੋੜ੍ਹੀ ਬਹੁਤੀ, ਉਹ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਉਸ ਦੀ ਕਹਿ ਲਓ ਜੀ ਬਿਆਨੀਆਂ ਸ਼ਕਤੀ ਦਾ ਟਾਕਰਾ ਕਿਸੇ ਵੀ ਉੱਚੇ ਕਵੀ ਨਾਲ ਕੀਤਾ ਜਾ ਸਕਦਾ ਹੈ। ਕਵੀ ਦੇ ਸਦਕਾ ਹੀ ਪੰਜਾਬੀ ਕਥਾ ਕਾਵਿ ਲਹਿੰਦੀ ਨੂੰ ਛੱਡ ਕੇ ਜੀ ਕੇਂਦਰੀ ਬੋਲੀ ਨੂੰ ਬਹੁਤ ਹੱਦ ਤੱਕ ਅਪਣਾਉਂਦੀ ਹੈ। ਜਦੋਂ ਆਪਾਂ ਗੱਲਬਾਤ ਕਰਦੇ ਹਾਂ ਜੀ ਕੇਂਦਰੀ ਬੋਲੀ ਦੇ ਬਹੁਤ ਹੀ ਜ਼ਿਆਦਾ ਨੇੜੇ ਜਾ ਢੁੱਕਦੀ ਹੈ ਲਹਿੰਦੀ ਨੂੰ ਛੱਡ ਕੇ। ਕਹਿ ਲਓ ਜੀ ਪ੍ਰਸਿੱਧ ਸ਼ਾਇਰ ਸਾਹਿਤਕਾਰ ਕਹਿ ਲਓ ਜੀ ਪੰਜਾਬੀ ਸਾਹਿਤ ਦੀ ਬੜਮੁੱਲੀ ਦੇਣ ਹੈ ਉਹਨਾਂ ਦੇ ਕਿੱਸੇ ਲਿਖੇ ਹੋਏ। ਇਸ ਤਰ੍ਹਾਂ ਕਹਿ ਲਓ ਜੀ ਪਾਠਕਾਂ ਦੇ ਲਈ ਰਚਨਾਵਾਂ ਜੋ ਰਚੀਆਂ ਨੇ ਉਹਨਾਂ ਨੇ ਉਹ ਆਪਾਂ ਨੂੰ ਬਹੁਤ ਹੀ ਕਹਿ ਲਓ ਪ੍ਰਸਿੱਧ ਨੇ ਅਤੇ ਅਹਿਮ ਹਿੱਸਾ ਨੇ ਪੰਜਾਬੀ ਸਾਹਿਤ ਦਾ। ਤਾਂ ਕਹਿ ਲਓ ਜੀ ਹਾਫਿਜ਼ ਦਾ ਜੋ ਦੇਹਾਂਤ ਹੈ ਜੀ ਪਿੰਡ ਚਿੱਠੀ ਸੇਖਾ ਦੇ ਵਿੱਚ ਹੁੰਦਾ ਮੰਨਿਆ ਜਾਂਦਾ ਗਾ।
ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਕਹਿ ਲਓ ਜੀ ਬਹੁਤ ਕੁਝ ਕਹਿ ਦਿੰਦਾ ਜੀ ਅਤੇ ਸੁਝਾਅ ਵੀ ਕੁਛ ਦਿੰਦਾ ਗਾ, ਅਤੇ ਉਸ ਦੀ ਕਵਿਤਾ ਦੀ ਇੱਕ ਵਿਸ਼ੇਸ਼ ਲੱਛਣ ਹੈ, ਇਹ ਨੋਟ ਕਰ ਲਿਓ ਜੀ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਬਹੁਤ ਕੁਛ ਕਹਿ ਦੇਣਾ ਅਤੇ ਫਿਰ ਸੁਝਾਅ ਵੀ ਦਿੰਦਾ ਗਾ ਨਾਲ, ਅਤੇ ਉਹਨਾਂ ਦੀ ਕਿਹਦੀ ਹਾਫਿਜ਼ ਬਰਖੁਰਦਾਰ ਦੀ ਕਵਿਤਾ ਦਾ ਇਹ ਵਿਸ਼ੇਸ਼ ਗੁਣ ਹੈ। ਕਿਧਰੇ ਕਿਧਰੇ ਉਹਦੀ ਬੋਲੀ ਹਿੰਦੀ ਦੀ ਮਿਲਾਵਟ ਵੀ ਆਪਾਂ ਨੂੰ ਵੇਖਣ ਨੂੰ ਨਜ਼ਰ ਆਉਂਦੀ ਹੈ। ਹਾਫਿਜ਼ ਕਹਿ ਲਓ ਜੀ ਪੇਂਡੂ ਸ਼ਬਦ ਵਰਤਣ ਤੋਂ ਸੰਕੋਚ ਨਹੀਂ ਕਰਦਾ, ਹਿੰਦੀ ਕਹਿ ਲਓ ਜੀ ਸ਼ਬਦਾਵਲੀ ਦਾ ਵੀ ਪ੍ਰਯੋਗ ਕਰਦਾ, ਉਹਦੀ ਕਹਿ ਲਓ ਜੀ ਆਪਣੀ ਸ਼ੈਲੀ ਬੇਮਿਸਾਲ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ, ਹਾਫਿਜ਼ ਨੇ ਆਪਣੇ ਕਿੱਸਿਆਂ ਦੇ ਵਿੱਚ ਕੁਝ ਇੰਨੇ ਚਿੰਨ੍ਹ, ਪ੍ਰਤੀਕ, ਸੰਕੇਤ ਵਰਤੇ ਹਨ ਕਿ ਅਲੌਕਿਕ ਹੁੰਦਿਆਂ ਹੋਇਆ ਵੀ ਅਲੌਕਿਕ ਨਜ਼ਰ ਆਉਂਦੇ ਆ। ਕਿੱਸਿਆਂ ਦੇ ਵਿੱਚ ਕਹਿ ਲਓ ਜੀ ਸ਼ਾਇਰ ਨੇ ਆਪਣੀ ਰੌਚਕ ਬਣਾਉਣ ਦੇ ਲਈ ਕੁਝ ਐਸੇ ਸੰਕੇਤ ਵੀ ਦਿੱਤੇ ਆ ਜਿਨ੍ਹਾਂ ਦੇ ਵਿੱਚ ਅਲੌਕਿਕ ਉਗੜਦੀ ਸ਼ੈਲੀ ਦੇ ਵਿੱਚ ਕਹਿ ਲਓ ਜੀ ਇੱਕ ਕਹਿ ਲਓ ਜੀ ਡੂੰਘੀ ਦਿਲਕਸ਼ੀ ਪੈਦਾ ਹੋ ਜਾਂਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਥੋੜ੍ਹੀ ਜਿਹੀ ਵਿਚਾਰਧਾਰਾ ਦੇ ਬਾਰੇ, ਹਾਫਿਜ਼ ਦੀ ਜੋ ਵਿਚਾਰਧਾਰਾ ਕੀ ਰਹੀ ਹੈ। ਹਾਫਿਜ਼ ਬਰਖੁਰਦਾਰ ਸੂਫੀ ਵਿਚਾਰਧਾਰਾ ਦਾ ਹਾਮੀ ਹੈ, ਪ੍ਰਚਾਰਕ ਵੀ ਹੈ ਅਤੇ ਲਾਮੀ ਵਿਚਾਰਧਾਰਾ ਦਾ ਪੈਰੋਕਾਰ ਵੀ ਹੈ। ਇਸਲਾਮ ਦੇ ਸਿਧਾਂਤਾਂ ਜੋ ਕਹਿ ਲਓ ਜੀ ਧਰਮ ਦੀਆਂ, ਜੋ ਇਸਲਾਮ ਧਰਮ ਦੀਆਂ ਸਿਧਾਂਤਾਂ ਦੀ ਗੱਲ ਕਰਦਾ, ਅਸੂਲਾਂ ਤੋਂ ਭਲੀ ਭਾਂਤ ਜਾਣੂ ਹੈ, ਜਿਨ੍ਹਾਂ ਦਾ ਉਹ ਪ੍ਰਚਾਰਕ ਵੀ ਹੈ ਅਤੇ ਪ੍ਰਸਾਰ ਵੀ ਕਰਨਾ ਚਾਹੁੰਦਾ ਹੈਗਾ। ਹਾਫਿਜ਼ ਨੇ ਧਾਰਮਿਕ ਵਿਚਾਰਾਂ ਦਾ ਖੁੱਲ੍ਹ ਕੇ ਕਹਿ ਲਓ ਜੀ ਪ੍ਰਗਟਾਵਾ ਕੀਤਾ। ਪਿਆਰ ਜਜ਼ਬਿਆਂ ਨੂੰ ਜ਼ਾਹਰ ਕਰਨ ਦੇ ਲਈ ਕਹਿ ਲਓ ਜੀ ਉਹਨੇ ਕੀ ਕਰਦਾ ਜੀ, ਪ੍ਰਤੀ ਕਹਾਣੀਆਂ ਨੂੰ ਆਪਣਾ ਮਾਧਿਅਮ ਬਣਾਉਂਦਾ ਗਾ। ਜੋ ਪ੍ਰੀਤ ਕਹਾਣੀਆਂ ਨੇ ਜੀ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ। ਜਜ਼ਬਿਆਂ ਨੂੰ ਪੇਸ਼ ਕਰਨ ਦੇ ਲਈ ਉਹ ਕਹਾਣੀਆਂ ਨੂੰ ਕਹਿ ਲਓ ਪ੍ਰੀਤ ਕਹਾਣੀਆਂ ਨੂੰ ਮਾਧਿਅਮ ਬਣਾਉਂਦਾ, ਜਿਨ੍ਹਾਂ ਵਿੱਚ ਕੁਦਰਤੀ ਤੌਰ 'ਤੇ ਆਪਾਂ ਦੇਖਦੇ ਹਾਂ ਉਸ ਦੇ ਭਾਵਾਂ ਨੂੰ ਪ੍ਰਗਟ ਹੋਇਆ ਵੇਖਦੇ ਹਾਂ। ਜਿਵੇਂ ਹਾਫਿਜ਼ ਨੇ ਪਰਮਾਤਮਾ ਦੀ ਇੱਛਾ ਨੂੰ ਲੋਕਾਂ ਤੱਕ ਪਹੁੰਚਾਇਆ ਹੈਗਾ, ਅਤੇ ਕਹਿੰਦਾ ਜੀ ਹਾਫਿਜ਼ ਨੇ ਆਪਣੇ ਕਿੱਸਿਆਂ ਦੇ ਵਿੱਚ ਫਰਿਸ਼ਤਾ ਸ਼ਬਦ ਦੀ ਵਰਤੋਂ ਕੀਤੀ ਹੈ ਅਤੇ ਉਹਨਾਂ ਦੇ ਕੰਮਾਂ ਨੂੰ ਮੁੱਖ ਰੱਖ ਕੇ ਕੀਤੀ ਹੈ। ਕੁਛ ਉਹਦੇ ਬਾਰੇ ਗੱਲਬਾਤ ਹੈ ਜੀ ਕਿ ਉਹਨੇ ਕੁਦਰਤੀ ਚੀਜ਼ਾਂ ਦਾ ਵਰਣਨ ਕੀਤਾ, ਪ੍ਰਗਟਾਵਾ ਕੀਤਾ, ਪਰਮਾਤਮਾ ਦੀ ਇੱਛਾ ਅਨੁਸਾਰ ਲੋਕ ਕਹਿ ਲਓ ਜੀ ਜੋ ਤੱਤ ਸੀਗੇ ਉਹਨਾਂ ਨੂੰ ਪੇਸ਼ ਕੀਤਾ। ਉਸ ਤੋਂ ਬਾਅਦ ਕਿੱਸਿਆਂ ਦੇ ਵਿੱਚ ਜੋ ਫਰਿਸ਼ਤਾ ਸ਼ਬਦ ਦੀ ਵਰਤੋਂ ਕਰਦਾ ਗਾ, ਕੰਮਾਂ ਨੂੰ ਮੁੱਖ ਰੱਖ ਕੇ ਆਪਦੀ ਜਿਹੜੀ ਹੈਗੀ ਹੈ ਕਥਾ ਨੂੰ ਬਿਆਨ ਕਰਦਾ। ਉਸ ਤੋਂ ਇਲਾਵਾ ਜੀ ਉਹ ਇਸਲਾਮ ਧਰਮ ਦੇ ਸਿਧਾਂਤਾਂ ਅਸੂਲਾਂ ਨੂੰ ਵੀ ਪੇਸ਼ ਕਰਦਾ ਗਾ। ਪਿਆਰ ਦੇ ਜੋ ਜਜ਼ਬਿਆਂ ਨੂੰ ਉਹ ਵੀ ਕਹਾਣੀਆਂ ਦੇ ਵਿੱਚ ਪੇਸ਼ ਕਰਦਾ ਹਾਫਿਜ਼ ਬਰਖੁਰਦਾਰ। ਇਹ ਉਹਦੇ ਬਾਰੇ ਕੁਛ ਕਿੱਸਿਆਂ ਦੇ ਬਾਰੇ, ਉਹਦੀ ਲਿਖਣ ਸ਼ੈਲੀ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸੀ। ਧੰਨਵਾਦ ਜੀ ਵੀਡੀਓ ਨੂੰ ਵੇਖਣ ਦੇ ਲਈ। ਜੇਕਰ ਤੁਸੀਂ ਸਾਡੀਆਂ ਕਲਾਸਾਂ ਨੇ ਜੋ ਮਾਸਟਰ ਕੈਡਰ ਪੰਜਾਬੀ, ਮਾਸਟਰ ਕੈਡਰ ਹਿਸਟਰੀ ਅਤੇ ਜੋ ਨੈੱਟ ਦੀਆਂ ਕਲਾਸਾਂ ਨੇ ਜੀ, ਨੈੱਟ ਪੰਜਾਬੀ ਦੀਆਂ, ਉਹਨਾਂ ਲਈ ਜੁੜਨਾ ਚਾਹੁੰਦੇ ਆ ਤਾਂ ਤੁਹਾਡੀ ਸਕਰੀਨ 'ਤੇ ਨੰਬਰ ਸ਼ੋ ਹੋ ਰਿਹਾ ਜੀ, ਉਸ 'ਤੇ ਮੈਸੇਜ ਕਰਕੇ ਤੁਸੀਂ ਜੁੜ ਸਕਦੇ ਹੋ ਜੀ। ਤਾਂ ਇਸ ਤੋਂ ਇਲਾਵਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਸੀਟੈਟ ਦੀਆਂ ਕਲਾਸਾਂ ਸਟਾਰਟ ਕਰਾਂਗੇ ਜੀ ਜਨਵਰੀ ਤੋਂ, ਉਹਨਾਂ ਦੇ ਨਾਲ ਤੁਸੀਂ ਜੁਆਇਨ ਕਰ ਸਕਦੇ ਹੋ ਜੀ ਉਹਨਾਂ ਨੂੰ ਵੀ। ਜੇਕਰ ਤੁਹਾਨੂੰ ਸਾਡਾ ਉਪਰਾਲਾ ਵਧੀਆ ਲੱਗਦਾ ਜੀ, ਵੀਡੀਓ ਨੂੰ ਲਾਈਕ ਕਰਨਾ ਜੀ, ਆਪਦੇ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ, ਅਤੇ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਾਂ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ ਜੀ, ਟੈਸਟ ਵਗੈਰਾ, ਉਹ ਤੁਹਾਡੇ ਤੱਕ ਪਹੁੰਚਦੇ ਰਹਿਣ। ਇਸੇ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖਣਾ ਜੀ। ਮਿਲਦੇ ਹਾਂ ਅਗਲੀ ਵੀਡੀਓ 'ਚ।